ਹਾਂਜੀ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ 'ਤੇ। ਤਾਂ ਦੋਸਤੋ, ਅੱਜ ਅਸੀਂ ਜੋ ਗੇਮ ਸਾਨੂੰ ਦਿੱਤੀਆਂ ਹੋਈਆਂ ਨੇ ਸਿਲੇਬਸ ਦੇ ਵਿੱਚ ਇਨਡਾਇਰੈਕਟਲੀ, ਤਾਂ ਉਹਨਾਂ ਬਾਰੇ ਥੋੜ੍ਹਾ ਦੇਖਾਂਗੇ। ਤਾਂ ਇਹਨਾਂ ਦੇ ਵਿੱਚੋਂ ਜਿਵੇਂ ਐਥਲੈਟਿਕਸ ਹੈ, ਬੈਡਮਿੰਟਨ, ਹਾਕੀ, ਫੁੱਟਬਾਲ, ਕਬੱਡੀ, ਖੋ ਖੋ, ਵਾਲੀਬਾਲ, ਕ੍ਰਿਕਟ। ਤਾਂ ਬੇਸਿਕਲੀ ਇਹਨਾਂ ਦੇ ਗਰਾਊਂਡਸ ਦੀ ਮੇਜਰਮੈਂਟ ਕੀ ਹੈ ਅਤੇ ਸਿੰਪਲ ਜਿਹੇ ਰੂਲ ਕੀ ਨੇ, ਉਹਨਾਂ ਬਾਰੇ ਥੋੜ੍ਹਾ ਚਰਚਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਐਥਲੈਟਿਕ ਟਰੈਕ ਤੋਂ। ਤਾਂ ਐਥਲੈਟਿਕ ਟਰੈਕ ਹੈ ਜਿਹੜਾ, ਉਹ ਦੋ ਤਰ੍ਹਾਂ ਦੇ ਹੁੰਦੇ ਨੇ ਜੀ, ਸਟੈਂਡਰਡ ਟਰੈਕ ਅਤੇ ਨੋਨ ਸਟੈਂਡਰਡ ਟਰੈਕ। ਸਟੈਂਡਰਡ ਟਰੈਕ ਹੈ ਜਿਹੜਾ, ਉਹ 400 ਮੀਟਰ ਦਾ ਹੁੰਦਾ ਹੈ ਜੀ, ਅਤੇ ਇਹਦੇ 'ਚ ਲੇਨਸ ਦੀ ਗਿਣਤੀ ਹੈ ਜਿਹੜੀ, ਉਹ ਘੱਟ ਤੋਂ ਘੱਟ 8 ਹੁੰਦੀ ਹੈ ਨਾ। ਅਤੇ ਇਹ ਤੋਂ ਬਿਨਾਂ ਜਿਹੜੇ ਬਾਕੀ ਟਰੈਕ ਨੇ, ਜੇ 200 ਮੀਟਰ ਦਾ ਹੋ ਗਿਆ ਕੋਈ, ਹੈ ਨਾ, 300 ਮੀਟਰ ਦਾ ਬਣਾ ਲੈਂਦੇ ਆਪਾਂ, 100 ਦਾ ਬਣਾ ਲੈਂਦੇ ਹਾਂ, ਤਾਂ ਉਹ ਨੋਨ ਸਟੈਂਡਰਡ ਟਰੈਕ ਨੇ। ਅਤੇ ਬੇਸਿਕਲੀ ਪ੍ਰੈਕਟਿਸ ਟਰੈਕ ਅਸੀਂ ਉਹਨਾਂ ਨੂੰ ਬੋਲ ਦਿੰਦੇ ਹਾਂ। ਤਾਂ ਇਹਦੇ 'ਚ ਯਾਦ ਰੱਖਣ ਵਾਲੀ ਚੀਜ਼ ਹੈਗੀ ਹੈ ਜੀ, ਕਿ ਜਿਹੜੇ ਟਰੈਕ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੀ ਫਿਨਿਸ਼ ਲਾਈਨ ਹੈ ਆਲਵੇਜ਼ ਇੱਕ ਹੁੰਦੀ ਹੈ। ਫਿਨਿਸ਼ ਹਮੇਸ਼ਾ ਇੱਕ ਲਾਈਨ ਤੋਂ ਹੋਏਗਾ। ਸਟਾਰਟਿੰਗ ਲਾਈਨਸ ਨੇ ਜਿਹੜੀਆਂ, ਉਹ ਵੱਖੋ ਵੱਖਰੀਆਂ ਹੋ ਸਕਦੀਆਂ ਨੇ। 110 ਮੀਟਰ ਹਰਡਲ ਜਿਵੇਂ ਇੱਧਰੋਂ ਸਟਾਰਟ ਹੋਏਗੀ, 100 ਮੀਟਰ ਇੱਧਰੋਂ ਸਟਾਰਟ ਹੋਏਗੀ, 200 ਇੱਧਰੋਂ ਹੋਏਗੀ, ਹੈ ਨਾ, 1500 ਇੱਧਰੋਂ ਹੋਏਗੀ, 400 800 ਇੱਥੋਂ ਹੋਏਗੀ। ਤਾਂ ਸਟਾਰਟ ਅਲੱਗ ਹੋ ਸਕਦੇ ਨੇ, ਬਟ ਫਿਨਿਸ਼ਿੰਗ ਹੈ ਜਿਹੜੀ ਹਮੇਸ਼ਾ ਇੱਕ ਲਾਈਨ 'ਤੇ ਹੋਏਗੀ। ਦੂਸਰਾ ਜੀ, ਲਾਈਨ ਹੈ ਜਿਹੜੀ ਸਾਡੀ, ਦੋ ਲਾਈਨਾਂ ਦੇ ਵਿਚਕਾਰ ਜਿਹੜਾ ਫਾਸਲਾ, ਜਿੱਥੇ ਰਨਰ ਭੱਜ ਰਿਹਾ, ਉਹਨੂੰ ਲੇਨ ਕਹਿੰਦੇ ਆ ਜੀ। ਅਤੇ ਜਿਹੜੀ ਲਾਈਨ ਡਰੋ ਕੀਤੀ ਹੋਈ ਉਹਨੂੰ ਅਸੀਂ ਸਿੰਪਲ ਲਾਈਨ ਹੀ ਬੋਲਦੇ ਹਾਂ। ਦੂਸਰਾ ਜੀ, ਇੱਕ ਸਪਲਿੰਟ ਸਟਾਰਟ ਹੁੰਦਾ। ਜਿਵੇਂ ਇਹ ਤੁਹਾਨੂੰ ਇੱਥੇ ਹੈ ਨਾ ਦਿੱਤਾ ਹੋਇਆ ਕਿ ਇਹ ਜਗ੍ਹਾ ਦਿੱਤੀ ਹੋਈ ਹੈ ਕਿ ਇੱਥੇ ਹਾਫ ਦੀ ਲਾਈਨ ਲੱਗੀ ਹੋਈ ਹੈ। ਤਾਂ ਕਈ ਵਾਰ ਜਦੋਂ ਐਥਲੀਟਸ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਤਾਂ ਉਹਨਾਂ ਦਾ ਜਿਹੜਾ 65% ਐਥਲੀਟਸ ਦਾ, ਉਹ ਇੱਥੋਂ ਭਜਾ ਦਿੱਤਾ ਜਾਂਦਾ, ਅਤੇ 35 ਸ਼ਾਇਦ ਇੱਥੋਂ ਭਜਾ ਦਿੱਤਾ ਜਾਂਦਾ। ਇਹਨੂੰ ਸਪਲਿਟ ਸਟਾਰਟ ਬੋਲ ਦਿੰਦੇ ਨੇ ਉਹ। ਬਾਕੀ ਜਿਹੜੀਆਂ ਰੇਸਿਸ ਨੇ, ਉਹ ਸਟੈਗਰ ਦੇ ਉੱਪਰ ਹੀ ਹੁੰਦੀਆਂ ਨੇ। ਐਥਲੀਟਸ ਤੋਂ ਬਰਾਬਰ ਵੰਡ ਕੇ ਸਟੈਗਰ ਯੂਜ਼ ਕੀਤਾ ਜਾਂਦਾ, ਤਾਂ ਕਿ ਐਥਲੀਟਸ ਨੇ ਜਿਹੜੇ, ਉਹਨਾਂ ਨੂੰ ਇਕੁਅਲ ਡਿਸਟੈਂਸ ਹੈ ਜਿਹੜਾ, ਉਹ ਡਿਸਟਰੀਬਿਊਟ ਕੀਤਾ ਜਾ ਸਕੇ। ਅੱਗੇ ਮੇਜਰਮੈਂਟਸ ਦੇਖ ਲਈ ਜੀ ਥੋੜ੍ਹੀ ਜਿਹੀ। ਜਿਹੜਾ 400 ਮੀਟਰ ਦਾ ਟਰੈਕ ਹੈ, ਤਾਂ ਉਹਦੇ 'ਚ 8 ਲੇਨਸ ਹੁੰਦੀਆਂ ਨੇ। ਤਾਂ ਜੇਕਰ ਉਹਦੀ ਲੈਂਥ ਦੇਖੀ ਜਾਈਏ ਜੀ, ਪੂਰੀ ਐਗਜ਼ੈਕਟ 176.91 ਮੀਟਰ ਹੁੰਦੀ ਹੈ, ਅਤੇ ਵਿਡਥ ਹੈ ਜਿਹੜੀ, ਉਹ ਹੁੰਦੀ ਹੈ 92.52 ਮੀਟਰ। ਤਾਂ ਇਹਨਾਂ ਦੇ ਵਿੱਚ ਅਸੀਂ 10 ਮੀਟਰ, ਯਾਨੀ ਕਿ ਹਰ ਇੱਕ ਸਾਈਡ 'ਤੇ 5 ਮੀਟਰ ਦਾ ਜਿਹੜਾ ਏਰੀਆ ਫਰੀ ਜੇ ਕਰ ਦਈਏ, ਤਾਂ ਲੈਂਥ ਜਿਹੜੀ ਹੋ ਜਾਏਗੀ ਜੀ 186.91 ਮੀਟਰ ਹੋ ਜਾਏਗੀ, ਅਤੇ ਵਿਡਥ ਹੋ ਜਾਏਗੀ 102.52 ਮੀਟਰ। ਤਾਂ ਸਟਰੇਟ ਹੈ ਜੀ ਜਿਹੜੀ, ਉਹ ਸਾਡਾ ਜਿਹੜਾ ਵਰਲਡ ਐਥਲੈਟਿਕਸ ਉਹਦੇ ਵੱਲੋਂ ਫਿਕਸ ਹੈਗੀ ਹੈ 84.39 ਦੀ। ਦੋ ਸਟੇਟਾਂ ਨੇ ਜਿਹੜੀਆਂ, ਹੋਣਗੀਆਂ 168.78 ਦੀਆਂ। ਅਤੇ ਜੇਕਰ ਗੱਲ ਕਰੀਏ ਕਰਵਸ ਦੀ ਦੋ ਦੀ, ਤਾਂ 400 - 168 ਕਰਾਂਗੇ ਤਾਂ ਆ ਜਾਣਗੇ 231.22 ਦੀਆਂ। ਇੱਕ ਕਰਵ ਹੋਏਗੀ ਜੀ 115.61 ਦੀ। ਅਤੇ ਜਿਹੜਾ ਰੇਡੀਅਸ ਹੋਏਗਾ, ਫਾਰਮੂਲੇ ਨਾਲ ਕੈਲਕੂਲੇਟ ਕੱਢਾਂਗੇ, ਤਾਂ ਸਾਡਾ ਰਨਿੰਗ ਰੇਡੀਅਸ ਆਏਗਾ 36.80। ਅਤੇ ਜਿਹੜਾ ਅਸੀਂ ਮਾਰਕਿੰਗ ਕਰਨੀ ਹੈ ਜੀ, ਉਹ 30 ਸੈਂਟੀਮੀਟਰ ਘਟਾ ਕੇ ਕਰਾਂਗੇ, ਤਾਂ ਸਾਡਾ ਜਿਹੜਾ ਕਰਵ ਡਿਸਟੈਂਸ ਰੇਡੀਅਸ ਆਏਗਾ, ਉਹ ਆਏਗਾ 36.50। ਤਾਂ ਅੱਗੇ ਜੀ, ਅਸੀਂ ਕਿਸ ਤਰੀਕੇ ਨਾਲ ਕਿਸੇ ਟਰੈਕ ਦੀ ਲੈਂਥ ਜਾਂ ਵਿਡਥ ਕੱਢਣੀ ਹੈ, ਤਾਂ 8 ਲੇਨਸ ਨੇ। ਹਰੇਕ ਲੇਨ ਹੈ ਜਿਹੜੀ 1.22 ਮੀਟਰ ਦੀ ਹੁੰਦੀ ਹੈ ਜੀ। ਤਾਂ ਉਹਨੂੰ ਅਸੀਂ ਗੁਣਾ ਕਰ ਦਾਂਗੇ 8 ਦੇ ਨਾਲ, ਕਿਉਂਕਿ 8 ਲੇਨਸ ਨੇ, ਅਤੇ ਪਲੱਸ ਇੱਕ ਸਾਡੇ ਕੋਲ CDR ਹੈਗਾ। ਤਾਂ ਇਹਨਾਂ ਨੂੰ ਅਸੀਂ ਡਬਲ ਕਰਾਂਗੇ ਜਦੋਂ, ਹੈ ਨਾ, ਸਾਰਿਆਂ ਨੂੰ, ਕਿਉਂਕਿ 8 ਲੇਨਾਂ ਉੱਧਰ ਨੇ, 8 ਲੇਨਾਂ ਉੱਧਰ ਨੇ। ਪਲੱਸ ਜਿਹੜਾ ਸਾਡੇ ਕੋਲ ਆਪਣਾ ਰੇਡੀਅਸ ਹੈਗਾ ਜੀ, ਰੇਡੀਅਸ ਇੱਥੋਂ ਅੱਧੇ ਤੱਕ ਦਾ, ਇੱਥੋਂ ਤੱਕ ਦਾ 36.50, ਅਤੇ ਇੱਥੋਂ ਦਾ 36.50। ਤਾਂ ਪੂਰਾ ਡਾਇਆਮੀਟਰ ਲਵਾਂਗੇ ਅਸੀਂ, ਤਾਂ ਕਰਕੇ ਇੱਥੇ ਅਸੀਂ ਇਹਨੂੰ 2 ਨਾਲ ਮਲਟੀਪਲਾਈ ਕੀਤਾ ਹੋਇਆ। ਤਾਂ ਜਦੋਂ ਅਸੀਂ ਇਹਦੀ ਟੋਟਲ ਕੱਢਾਂਗੇ ਲੈਂਥ ਜੀ, ਉਹ 92.52 ਆਏਗੀ। ਵਿਡਥ ਆਏਗੀ, ਸੌਰੀ, ਜਦੋਂ ਲੈਂਥ ਕੈਲਕੂਲੇਟ ਕਰਾਂਗੇ ਇਸੇ ਤਰੀਕੇ ਨਾਲ, ਤਾਂ ਲੈਂਥ ਸਾਡੇ ਕੋਲ ਕਿੰਨੀ ਆਏਗੀ 176.91। ਤਾਂ ਪਲੱਸ ਅਸੀਂ ਇਹਦੇ ਵਿੱਚ ਜਿਹੜਾ ਫ੍ਰੀ ਜ਼ੋਨ ਏਰੀਆ, ਉਹ ਵੀ ਅਸੀਂ ਬਾਅਦ ਦੇ ਵਿੱਚ ਇਹਦੇ 'ਚ ਐਡ ਕਰਾਂਗੇ। ਅੱਗੇ ਸਟੈਗਰ ਦੇਖ ਲਈ ਜੀ। ਸਟੈਗਰ ਦਿੱਤੇ ਜਾਂਦੇ ਨੇ ਤਾਂ ਕਿ ਜਿਹੜਾ ਡਿਸਟੈਂਸ ਆ ਸਾਰਿਆਂ ਦੇ ਵਿੱਚ ਇਕੁਅਲ ਡਿਵਾਈਡ ਕੀਤਾ ਜਾ ਸਕੇ। ਸਟੈਗਰ ਕੱਢਣ ਦਾ ਜਿਹੜਾ ਐਗਜ਼ੈਕਟ ਫਾਰਮੂਲਾ ਹੈਗਾ ਜੀ, ਫੁੱਲ ਸਟੈਗਰ ਦਾ ਹੈਗਾ WN - 1 -0.10 × 2 ਪਾਏ। ਤਾਂ ਇਹ ਸਟੈਗਰ ਕੱਢਣ ਦਾ ਫਾਰਮੂਲਾ ਹੈਗਾ ਜੀ। ਜੇ ਹਾਫ ਸਟੈਗਰ ਕੱਢਣਾ ਹੈ, ਤਾਂ ਹਾਫ ਸਟੈਗਰ ਕੱਢਣ ਲਈ ਅਸੀਂ 2 ਹਟਾ ਦੇਵਾਂਗੇ। ਜੇਕਰ 1.5 ਸਟੈਗਰ ਹੈ ਜੀ, 1.5 ਸਟੈਗਰ ਕੱਢਣਾ, ਤਾਂ ਉਹਦੇ ਨੂੰ ਅਸੀਂ 3 ਪਾਈ ਕਰ ਦੇਵਾਂਗੇ। ਅਤੇ ਪਲੱਸ ਇੱਕ ਇਹ ਚੀਜ਼ ਧਿਆਨ ਰੱਖਣੀ ਹੈ ਕਿ ਜਦੋਂ ਵੀ ਅਸੀਂ ਕਿਸੇ ਐਥਲੀਟਸ ਨੂੰ ਜਦੋਂ ਅਸੀਂ ਇਹ ਕਰਬ ਤੋਂ ਬਾਅਦ, ਜੇਕਰ ਉਹਨਾਂ ਨੂੰ ਅੰਦਰ ਆਉਣ ਲਈ ਕਹਿ ਰਹੇ ਹਾਂ, ਕਿ ਉਹ ਲਾਈਨ ਛੱਡ ਕੇ, ਜਿਵੇਂ ਉਹਨਾਂ ਨੂੰ ਫਸਟ ਜਿਹੜੀ ਲੇਨ ਆ, ਲੇਨ ਦੇ ਵਿੱਚ ਫਸਟ ਰਾਊਂਡ ਹੈ ਜਿਹੜਾ, ਆਪਣੀ ਲੇਨ 'ਚ ਭਜਾਤਾ, ਤਾਂ ਅਗਲਾ ਜਿਹੜਾ ਉਹਨਾਂ ਨੂੰ ਨੈਕਸਟ ਕਰਵ ਤੋਂ ਅਸੀਂ ਜੇ ਕਹਿਣਾ ਕਿ ਅੰਦਰ ਆਉਣਾ, ਤਾਂ ਉੱਥੇ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਕਿ ਉਹ ਡਾਇਰੈਕਟ ਨਹੀਂ ਅੰਦਰ ਆਉਣਗੇ, ਤਾਂ ਉਹਨਾਂ ਨੂੰ ਉੱਥੇ ਡਾਇਗਨਲ ਡਿਸਟੈਂਸ, ਐਕਸੈਸ ਡਿਸਟੈਂਸ ਹੈ ਜਿਹੜਾ, ਉਹ ਵੀ ਦਿੱਤਾ ਜਾਊਗਾ, ਜਿਹਨੂੰ DED ਕਹਿ ਦਿੰਦੇ ਨੇ। ਤਾਂ DED ਜਿਹੜਾ ਕੈਲਕੂਲੇਟ ਕਰਨ ਦਾ ਫਾਰਮੂਲਾ ਹੈਗਾ ਜੀ, AC = AB² + A
BC ਸਕੁਏਅਰ ਹੈ ਨਾ। ਤਾਂ ਇਹ ਕੈਲਕੂਲੇਟ ਕਰਨ ਦਾ ਫਾਰਮੂਲਾ ਤਾਂ ਪਲੱਸ ਉਹ ਵੀ ਦਿੱਤਾ ਜਾਏਗਾ। ਤਾਂ ਇੰਨਾ ਡੀਪਲੀ ਜਾਣ ਦੀ ਲੋੜ ਨਹੀਂ, ਸਿੰਪਲੀ ਇੱਕ ਵਾਰ ਤੁਸੀਂ ਇਹ ਸਟੈਗਰ ਦਾ ਫਾਰਮੂਲਾ ਜਿਹੜਾ ਯਾਦ ਰੱਖ ਲਿਓ। ਜੇ ਹੋ ਸਕਿਆ ਤਾਂ ਇੱਕ ਵਾਰ ਇਹ ਸਟੈਗਰਸ ਨੇ ਜਿਹੜੇ ਫੁੱਲ ਸਟੈਗਰ ਯਾਦ ਕਰ ਲਓ ਜਾਂ ਹਾਫ ਕਰ ਲਓ, ਤਾਂ ਉਹਦਾ ਆਪਣਾ ਮਲਟੀਪਲਾਈ ਹੋ ਕੇ ਨਿਕਲ ਆਉਣਗੇ ਸਾਡੇ ਕੋਲੋਂ। ਅੱਗੇ ਦੇਖ ਲਈਏ ਜੀ, ਸਾਡੇ ਕੋਲ ਇਵੈਂਟਸ ਨੇ ਜਿਹੜੇ ਉਹਨਾਂ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ। ਟਰੈਕ ਇਵੈਂਟ ਹੈਗੇ ਨੇ, ਫੀਲਡ ਇਵੈਂਟ ਹੈਗੇ ਨੇ। ਟਰੈਕ ਦੇ ਵਿੱਚ ਰਨਿੰਗ ਇਵੈਂਟ ਹੁੰਦੇ ਨੇ, ਫੀਲਡ ਦੇ ਵਿੱਚ ਜੰਪਿੰਗ ਅਤੇ ਥਰੋ ਹੁੰਦੇ ਨੇ ਜੀ। ਬੇਸਿਕਲੀ ਜਿਹੜੀਆਂ ਰੇਸਿਸ ਨੇ ਉਹਨੂੰ ਅਸੀਂ ਤਿੰਨ ਭਾਗਾਂ 'ਚ ਵੰਡ ਲੈਂਦੇ ਹਾਂ। ਸਪ੍ਰਿੰਟਸ ਹੁੰਦੀਆਂ ਨੇ, ਮਿਡਲ ਡਿਸਟੈਂਸ ਹੁੰਦੀਆਂ ਨੇ ਅਤੇ ਲੌਂਗ ਡਿਸਟੈਂਸ ਹੁੰਦੀਆਂ ਨੇ। ਜਿਹੜੀਆਂ ਰੇਸਿਸ 400 ਮੀਟਰ ਤੱਕ ਹੁੰਦੀਆਂ ਨੇ ਉਹਨਾਂ ਨੂੰ ਸਪ੍ਰਿੰਟ ਕਹਿ ਦਿੰਦੇ ਹਾਂ ਜੀ। 800 ਅਤੇ 1500 ਨੂੰ ਮਿਡਲ ਡਿਸਟੈਂਸ ਕਹਿ ਦਿੰਦੇ ਹਾਂ। ਉਹ ਤੋਂ ਉੱਪਰ ਵਾਲੀਆਂ ਸਾਰੀਆਂ ਰੇਸਿਸ ਲੌਂਗ ਡਿਸਟੈਂਸ ਦੇ ਵਿੱਚ ਆ ਜਾਂਦੀਆਂ ਨੇ ਜੀ। ਫੀਲਡ ਇਵੈਂਟ ਦੇ ਵਿੱਚ ਜੰਪ ਆ ਜਾਂਦੇ ਨੇ, ਲੌਂਗ ਜੰਪ ਹੈਗਾ ਜੀ, ਟ੍ਰਿਪਲ ਜੰਪ, ਹਾਈ ਜੰਪ ਅਤੇ ਪੋਲ ਵੋਲਟ। ਥਰੋ ਦੇ ਵਿੱਚ ਸ਼ਾਰਟ ਪੁੱਟ ਆ ਜਾਂਦਾ, ਡਿਸਕਸ ਥਰੋ ਆ ਜਾਂਦੀ ਹੈ, ਜੈਵਲਿਨ ਅਤੇ ਹੈਮਰ ਥਰੋ ਆ ਜਾਂਦਾ। ਸ਼ਾਰਟ ਪੁੱਟ ਕੁੜੀਆਂ ਲਈ 4 ਕਿਲੋ ਦਾ ਹੁੰਦਾ ਜੀ, ਮੁੰਡਿਆਂ ਲਈ 7 ਕਿਲੋ 260 ਗ੍ਰਾਮ ਦਾ ਹੁੰਦਾ। ਡਿਸਕਸ ਹੈ ਜਿਹੜੀ ਮੁੰਡਿਆਂ ਲਈ 2 ਕਿਲੋ, ਕੁੜੀਆਂ ਲਈ 1 ਕਿਲੋ। ਜੈਵਲਿਨ ਮੁੰਡਿਆਂ ਲਈ 800 ਗ੍ਰਾਮ, ਕੁੜੀਆਂ ਲਈ 600 ਗ੍ਰਾਮ। ਹੈਮਰ ਥਰੋ ਦਾ ਵਜ਼ਨ ਹੈ ਜਿਹੜਾ ਉਹ ਸ਼ਾਰਟ ਪੁੱਟ ਦੇ ਇਕੁਅਲ ਹੁੰਦਾ। ਨੈਕਸਟ ਦੇਖ ਲਈਏ ਜੀ, ਦੋ ਕੰਬਾਈਨਡ ਇਵੈਂਟ ਹੁੰਦੇ ਨੇ, ਡਕੈਥਲਨ ਐਂਡ ਹੈਪਟੈਥਲਨ। ਡਕੈਥਲਨ ਹੈ ਜਿਹੜਾ ਇਹਦੇ ਵਿੱਚ 10 ਇਵੈਂਟ ਹੁੰਦੇ ਨੇ, 2 ਦਿਨਾਂ ਦੇ ਵਿੱਚ ਕਰਵਾਇਆ ਜਾਂਦਾ। ਡੇ 1 ਦੇ ਵਿੱਚ 100 ਮੀਟਰ ਲੌਂਗ ਜੰਪ, ਸ਼ਾਰਟ ਪੁੱਟ, ਹਾਈ ਜੰਪ ਅਤੇ 400 ਮੀਟਰ ਕਰਵਾਏ ਜਾਂਦੇ ਨੇ। ਡੇ 2 ਦੇ ਵਿੱਚ 110 ਮੀਟਰ ਡਿਸਕਸ, ਪੋਲ ਵੋਲਟ, ਜੈਵਲਿਨ ਥਰੋ ਅਤੇ 1500 ਮੀਟਰ ਕਰਵਾਈ ਜਾਂਦੀ ਹੈ। ਹੈਪਟੈਥਲਨ ਵੀ ਜਿਹੜਾ ਹੈਗਾ 2 ਦਿਨਾਂ ਦੇ ਵਿੱਚ ਕਰਵਾਇਆ ਜਾਂਦਾ ਜੀ। ਪਹਿਲੇ ਦਿਨ 100 ਮੀਟਰ ਹਰਡਲਸ, ਹਾਈ ਜੰਪ, ਸ਼ਾਰਟ ਪੁੱਟ ਅਤੇ 200 ਮੀਟਰ ਕਰਾਇਆ ਜਾਂਦਾ। ਅਗਲੇ ਦਿਨ ਲੌਂਗ ਜੰਪ, ਜੈਵਲਿਨ ਅਤੇ 800 ਮੀਟਰ ਕਰਾਈ ਜਾਂਦੀ ਹੈ। ਤਾਂ ਦਿਨ ਦੀ ਸ਼ੁਰੂਆਤ ਅਤੇ ਦਿਨ ਦਾ ਖਾਤਮਾ ਜਿਹੜਾ ਇਹਨਾਂ ਦੇ ਵਿੱਚ ਜੀ ਟਰੈਕ ਇਵੈਂਟਸ ਦੇ ਨਾਲ ਹੁੰਦਾ ਅਤੇ ਇਹਨਾਂ ਦੇ ਵਿੱਚ ਵੀ ਟਰੈਕ ਇਵੈਂਟਸ ਦੇ ਨਾਲ ਹੁੰਦਾ ਦੋਨੋਂ ਦਿਨ। ਤਾਂ ਸੇਮ ਇੱਧਰ ਵੀ ਹੈਗੇ ਆ ਜੀ। ਤਾਂ ਇੱਧਰ ਇੱਕ ਟਰੈਕ ਇਵੈਂਟ ਘੱਟ ਗਿਆ ਤਾਂ ਲਾਸਟ ਇਵੈਂਟ ਇੱਧਰ ਵੀ ਕਿਹੜਾ ਰੱਖਿਆ ਗਿਆ, ਟਰੈਕ ਇਵੈਂਟ ਰੱਖਿਆ ਗਿਆ। ਤਾਂ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਕਿ ਕਿੰਨੇ ਟਰੈਕ ਇਵੈਂਟ ਜਾਂ ਕਿੰਨੇ ਫੀਲਡ ਇਵੈਂਟ ਹੁੰਦੇ ਨੇ, ਤਾਂ ਇਹ ਵੀ ਇੱਕ ਵਾਰ ਧਿਆਨ ਮਾਰ ਲਿਓ। ਜਿਵੇਂ ਇੱਥੇ ਟਰੈਕ ਇਵੈਂਟ ਨੇ ਜਿਹੜੇ ਕੋਲ ਸਾਡੇ ਕੋਲ 1 ਹੈਗਾ ਜੀ, 2 ਹੈਗਾ, 3 ਹੈਗਾ, 4 ਟਰੈਕ ਇਵੈਂਟ ਨੇ ਅਤੇ 6 ਫੀਲਡ ਇਵੈਂਟ ਨੇ। ਇਹਦੇ ਵਿੱਚ ਜੀ 1, 2 ਅਤੇ 1, 3 ਟਰੈਕ ਇਵੈਂਟ ਨੇ ਅਤੇ 4 ਫੀਲਡ ਇਵੈਂਟ ਨੇ। ਅੱਗੇ ਦੇਖ ਲਈਏ ਜੀ, ਜਿਹੜੀਆਂ ਹਰਡਲਸ ਰੱਖੀਆਂ ਹੁੰਦੀਆਂ ਨੇ, ਅਤੇ ਜੇਕਰ ਮੁੰਡਿਆਂ ਦੀ ਗੱਲ ਕਰੀਏ, ਜਿਹੜੇ 110 ਮੀਟਰ ਹਰਡਲ ਦੀ ਹਾਈਟ ਹੁੰਦੀ ਹੈ 1.067 ਹੁੰਦੀ ਹੈ ਜੀ। ਪਹਿਲੀ ਹਰਡਲ ਦੀ ਦੂਰੀ 13.72 ਮੀਟਰ ਹੁੰਦੀ ਹੈ, ਵਿਚਕਾਰ ਵਾਲੀਆਂ 9.14 ਹੁੰਦੀਆਂ ਨੇ, ਲਾਸਟ 14.0 ਮੀਟਰ ਹੁੰਦੀ ਹੈ। ਟੋਟਲ ਹਰਡਲਾਂ ਸਾਰਿਆਂ ਦੇ ਵਿੱਚ 10-10 ਹੀ ਰੱਖੀਆਂ ਹੁੰਦੀਆਂ ਨੇ ਜੀ। ਅਤੇ ਜੇਕਰ 100 ਮੀਟਰ ਕੁੜੀਆਂ ਦੀ ਗੱਲ ਕਰਦੇ ਹਾਂ ਅਸੀਂ, ਤਾਂ ਇਹਦੇ ਵਿੱਚ ਜਿਹੜੀ ਹਰਡਲ ਦੀ ਹਾਈਟ ਹੈ ਉਹ 0.838 ਮੀਟਰ ਹੁੰਦੀ ਹੈ ਜੀ। ਪਹਿਲੀ ਹਰਡਲ ਦੀ ਦੂਰੀ 13 ਮੀਟਰ, ਵਿਚਕਾਰਲੀਆਂ ਦੀ 8.50 ਅਤੇ ਲਾਸਟ ਵਾਲੀ 10.50 ਹੁੰਦੀ ਹੈ ਜੀ। ਅਤੇ ਜੇਕਰ 400 ਮੀਟਰ ਮੁੰਡਿਆਂ ਦੀ ਗੱਲ ਕਰੀਏ ਤਾਂ 400 ਮੀਟਰ ਮੁੰਡਿਆਂ ਦੀ ਜਿਹੜੀ ਹੈਗੀ ਹੈ ਜੀ ਉਹ ਹੁੰਦੀ ਹੈ 0.914 ਮੀਟਰ ਹਾਈਟ ਹੁੰਦੀ ਹੈ ਇਸ ਦੀ ਜੀ, ਜਾਂ 914 ਸੈਂਟੀਮੀਟਰ ਕਹਿ ਸਕਦੇ ਹਾਂ। ਪਹਿਲੀ ਹਰਡਲ 45 ਤੇ ਹੁੰਦੀ ਹੈ, ਵਿਚਕਾਰਲੀਆਂ 35 ਅਤੇ ਲਾਸਟ ਹੁੰਦੀ ਹੈ 40 ਮੀਟਰ 'ਤੇ ਜੀ। ਅਤੇ ਕੁੜੀਆਂ ਦੇ ਲਈ ਜਿਹੜੀ ਇਹਦੀ ਹਾਈਟ ਹੁੰਦੀ ਹੈ ਉਹ 0.762 ਮੀਟਰ ਹੁੰਦੀ ਹੈ ਜੀ। ਜਿਹੜਾ ਡਿਸਟੈਂਸ ਆ ਉਹ ਮੁੰਡਿਆਂ ਵਾਲਾ ਸੇਮ ਹੀ ਹੁੰਦਾ। ਅੱਗੇ ਗੱਲ ਕਰ ਲਈਏ, ਜਿਹੜੀ ਇੱਕ ਹਰਡਲ ਹੁੰਦੀ ਹੈ ਜੀ ਉਹਦੀ ਜਿਹੜੀ ਵਿਡਥ ਹੁੰਦੀ ਹੈ 1.18 ਤੋਂ ਲੈ ਕੇ 1.20 ਮੀਟਰ ਤੱਕ ਹੁੰਦੀ ਹੈ ਜੀ। ਬੇਸ ਹੈ ਜਿਹੜਾ ਉਹ 70 ਸੈਂਟੀਮੀਟਰ ਦਾ ਹੁੰਦਾ। ਟੌਪ ਬਾਰ ਹੈ ਜਿਹੜਾ ਉਹ 7 ਸੈਂਟੀਮੀਟਰ ਦਾ ਹੁੰਦਾ ਜੀ। ਅਤੇ ਉਸ ਤੋਂ ਬਾਅਦ ਇਹ 'ਚ ਯਾਦ ਰੱਖਣ ਵਾਲੀ ਚੀਜ਼ ਆ, ਵੇਟ ਹਰਡਲ ਦਾ ਹੁੰਦਾ ਜੀ 10 ਕਿਲੋ। ਮੇਜਰ ਚੀਜ਼ਾਂ ਦੇਖ ਲਈਏ। ਰਿਲੇ ਆ ਜਿਹੜੀ, ਰਿਲੇ ਦੇ ਵਿੱਚ ਬੈਟਨ ਯੂਜ਼ ਕੀਤਾ ਜਾਂਦਾ। ਇੱਕੋ ਇੱਕ ਟੀਮ ਇਵੈਂਟ ਹੈ ਰਿਲੇ ਐਥਲੈਟਿਕਸ ਦੇ ਵਿੱਚ ਜੀ। ਇਹਦਾ ਜਿਹੜਾ ਬੈਟਨ ਦੀ ਲੈਂਥ ਹੈ ਉਹ 28 ਸੈਂਟੀਮੀਟਰ ਤੋਂ 30 ਸੈਂਟੀਮੀਟਰ ਹੁੰਦੀ ਹੈ। ਸਰਕਮਫਰੰਸ 40 mm ਹੁੰਦਾ ਜੀ। ਵੇਟ 50 ਗ੍ਰਾਮ ਹੁੰਦਾ। ਐਕਸਲੇਸ਼ਨ ਜ਼ੋਨ ਆ ਜਿਹੜਾ ਹੁਣ ਖਤਮ ਕਰ ਦਿੱਤਾ ਗਿਆ। ਤਾਂ ਟੋਟਲ ਹੁਣ ਸਾਡੇ ਕੋਲ 30 ਮੀਟਰ ਦਾ ਏਰੀਆ ਹੁੰਦਾ ਹੈ ਇਹਨੂੰ ਐਕਸਚੇਂਜ ਕਰਨ ਦੇ ਲਈ ਬੈਟਨ ਨੂੰ। ਲੌਂਗ ਜੰਪ ਦੇਖ ਲਈਏ ਜੀ, ਤਾਂ ਲੌਂਗ ਜੰਪ ਹੈ ਜਿਹੜਾ, ਲੌਂਗ ਜੰਪ ਦੀ ਪਿਟ ਹੁੰਦੀ ਹੈ, ਰਨਵੇ ਹੁੰਦਾ। ਰਨਵੇ ਮਿਨੀਮਮ 40 ਮੀਟਰ ਹੋਣਾ ਚਾਹੀਦਾ। ਇਹਦਾ ਜਿਹੜਾ ਹੈਗਾ ਸਾਡੇ ਕੋਲ ਰਨਵੇ ਦਾ ਵਿਡਥ ਹੈਗੀ ਆ 1.22 ਮੀਟਰ ਹੁੰਦੀ ਹੈ। ਬਾਕੀ ਦੇ ਵਿੱਚ ਇਹ ਨਹੀਂ ਦਿੱਕਤ ਹੁੰਦੀ ਕਿ ਤੁਸੀਂ ਰਨਵੇ ਦੇ ਵਿੱਚੋਂ ਭੱਜਣਾ, ਕਿਤੋਂ ਵੀ ਭੱਜ ਕੇ ਆ ਸਕਦੇ ਹੋ। ਤੁਹਾਡਾ ਟੇਕ ਆਫ ਹੈ ਜਿਹੜਾ ਜੀ ਉਹ ਟੇਕ ਆਫ ਤੁਹਾਡਾ ਹੋਣਾ ਚਾਹੀਦਾ ਟੇਕ ਆਫ ਬੋਰਡ ਤੋਂ, ਅਤੇ ਪਲੱਸ ਲੈਂਡਿੰਗ ਪਿਟ ਦੇ ਵਿੱਚ ਹੋਣੀ ਚਾਹੀਦੀ ਹੈ। ਰਨਿੰਗ ਇਹ ਨਹੀਂ ਹੈ ਕਿ ਤੁਸੀਂ ਲਾਈਨ ਕੱਟ ਕਰਤੀ ਤਾਂ ਫਾਉਲ ਦੇ ਦੋਗੇ, ਕਿਸੇ ਵੀ ਸਾਈਡ ਤੋਂ ਭੱਜ ਕੇ ਆ ਸਕਦੇ ਹੋ। ਟੇਕ ਆਫ ਬੋਰਡ ਤੋਂ ਜਿਹੜੀ ਪਿਟ ਦੀ ਦੂਰੀ ਹੈ 1 ਤੋਂ 3 ਮੀਟਰ ਤੱਕ ਵਧਾ ਘਟਾ ਸਕਦੇ ਹਾਂ ਅਕੋਰਡਿੰਗ ਟੂ ਦਾ ਲੈਵਲ ਆਫ ਦਾ ਕੰਪੀਟੀਸ਼ਨ। ਪਿਟ ਹੈ ਜਿਹੜੀ, ਪਿਟ ਦੀ ਜਿਹੜੀ ਲੈਂਥ ਹੈਗੀ ਹੈ ਜੀ ਉਹ 7 ਤੋਂ 9 ਮੀਟਰ ਹੁੰਦੀ ਹੈ। ਵਿਡਥ ਹੈ ਜਿਹੜੀ 2.75 ਤੋਂ ਲੈ ਕੇ 3 ਮੀਟਰ ਤੱਕ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਟੇਕ ਆਫ ਬੋਰਡ ਲੱਗਿਆ ਹੁੰਦਾ ਜੀ ਉਹ 1.22 ਮੀਟਰ ਦਾ ਹੁੰਦਾ। ਅਤੇ ਜਿਹੜੀ ਵਿਡਥ ਹੁੰਦੀ ਹੈ ਉਹਦੀ ਉਹ ਹੁੰਦੀ ਹੈ 20 ਸੈਂਟੀਮੀਟਰ ਅਤੇ ਥੱਲੇ 10 ਸੈਂਟੀਮੀਟਰ ਗੱਡਿਆ ਹੁੰਦਾ ਜੀ। ਉਸ ਤੋਂ ਬਾਅਦ ਫਾਉਲ ਦੇਣ ਦੇ ਲਈ ਪਲਾਸਟੀਸ਼ੀਅਨ ਇੰਡੀਕੇਟਰ ਬੋਰਡ ਲੱਗਿਆ ਹੁੰਦਾ ਜਿਹਦੀ ਵਿਡਥ 10 ਸੈਂਟੀਮੀਟਰ ਹੁੰਦੀ ਹੈ। ਹਾਈਟ 7 mm ਹੁੰਦੀ ਹੈ ਜੀ। ਲੈਂਥ 1.22 ਮੀਟਰ ਹੁੰਦੀ ਹੈ। ਅਤੇ ਜਿਹੜਾ ਐਂਗਲ ਹੁੰਦਾ ਇਹਦਾ ਉਹ 45 ਡਿਗਰੀ 'ਤੇ ਇਹਨੂੰ ਸੈੱਟ ਕੀਤਾ ਜਾਂਦਾ।
ਇਹ ਸਾਰੀਆਂ ਇਹਦੀਆਂ ਮੇਜਰਮੈਂਟਸ ਨੇ ਜੀ, ਤੁਸੀਂ ਦੇਖ ਸਕਦੇ ਹੋ। ਸਾਡੀ ਜਿਹੜੀ ਸੈਂਡ ਦੀ ਡੈਪਥ ਰਹਿ ਗਈ ਸੀ ਆਪਣੀ, ਇਹ 30 ਸੈਂਟੀਮੀਟਰ ਹੁੰਦੀ ਹੈ। ਉਸ ਤੋਂ ਬਾਅਦ ਇਹ ਸਾਰੇ ਦਿੱਤੇ ਹੋਏ ਨੇ ਜਿਹੜੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਟ੍ਰਿਪਲ ਜੰਪ ਦੇ ਵਿੱਚ ਵੀ ਲਗਭਗ ਸਾਰਾ ਕੁਝ ਸੇਮ ਹੁੰਦਾ, ਬਸ ਇਹਦੇ 'ਚ ਇਹ ਹੁੰਦਾ ਕਿ ਜਿਹੜਾ ਉੱਥੇ 1.3 ਮੀਟਰ ਸੀਗਾ, 1 ਤੋਂ 3 ਮੀਟਰ ਸੀਗਾ, ਤਾਂ ਇੱਥੇ ਮੁੰਡਿਆਂ ਦੇ ਲਈ 13 ਮੀਟਰ 'ਤੇ ਟੇਕ ਆਫ ਬੋਰਡ ਲੱਗੇ ਹੁੰਦੇ ਜੀ, ਕੁੜੀਆਂ ਦੇ ਲਈ ਹੈ ਜਿਹੜਾ 11 ਮੀਟਰ 'ਤੇ ਲੱਗਿਆ ਹੁੰਦਾ। ਹੋਪ ਸਟੈਪ ਐਂਡ ਜੰਪ ਆ, ਇਹਨੂੰ ਅਸੀਂ ਹੋਪ ਸਟੈਪ ਐਂਡ ਜੰਪ ਵੀ ਕਹਿ ਦਿੰਦੇ ਹਾਂ ਅਤੇ ਟ੍ਰਿਪਲ ਜੰਪ ਵੀ ਕਹਿ ਦਿੰਦੇ ਹਾਂ ਜੀ। 3 ਸਟੈਪਾਂ ਦੇ ਵਿੱਚ ਜੰਪ ਲੈਣਾ ਹੁੰਦਾ ਜੀ। ਹਾਈ ਜੰਪ ਆ ਗਿਆ ਜੀ ਅੱਗੇ। ਹਾਈ ਜੰਪ ਦਾ ਜਿਹੜਾ ਰਨਵੇ ਹੈ ਉਹ 15 ਮੀਟਰ ਤੋਂ ਲੈ ਕੇ 20 ਮੀਟਰ ਤੱਕ ਜਾਂ 25 ਮੀਟਰ ਤੱਕ ਵੀ ਕਿਸੇ ਕੇਸ 'ਚ ਹੋ ਸਕਦਾ ਜੀ। ਕ੍ਰੋਸ ਬਾਰ ਦਾ ਵੇਟ ਆ ਜਿਹੜਾ 2 ਕਿਲੋਗ੍ਰਾਮ ਹੁੰਦਾ। ਇਹਦੀਆਂ ਡਾਈਮੈਂਸ਼ਨਸ ਦੇਖ ਲਈ ਅਸੀਂ। ਰਨਵੇ ਏਰੀਆ 15 ਤੋਂ 20 ਮੀਟਰ ਸੈਮੀ ਸਰਕਲ ਦੇ ਵਿੱਚ ਹੁੰਦਾ, ਅਤੇ ਜਿਹੜੀ ਬਿੜਤ ਆਪਣੀ ਰਨਵੇ ਦੀ ਬਿੜਤ ਹੈ 16 ਸੈਂਟੀਮੀਟਰ ਹੁੰਦੀ ਹੈ ਜੀ। ਲੈਵਲ 10 ਮੀਟਰ ਇੱਕ ਦਾ ਹੁੰਦਾ। ਡਿਸਟੈਂਸ ਬਿਟਵੀਨ ਅਪਰਾਈਟਸ 4 ਮੀਟਰ ਦਾ ਹੁੰਦਾ ਜੀ। ਮਿਨੀਮਮ 4 ਮੀਟਰ ਅਤੇ ਮੈਕਸੀਮਮ 4.04। ਕ੍ਰੋਸ ਬਾਰ ਸਪੋਰਟ ਇੰਨੇ, ਇੱਕ ਵਾਰ ਤੁਸੀਂ ਸਕਰੀਨਸ਼ਾਟ ਲੈ ਕੇ ਦੇਖ ਲਿਓ। ਇਹਦੇ ਵਿੱਚੋਂ ਮੇਨ ਜਿਹੜਾ ਆ ਜਾਂਦਾ, ਕਈ ਵਾਰੀ ਲੈਂਡਿੰਗ ਮੈਟ ਆ ਜਾਂਦੇ ਨੇ ਜੀ। ਲੈਂਡਿੰਗ ਮੈਟ ਹੈ ਜਿਹੜਾ ਉਹ 5x3 ਮੀਟਰ ਅਤੇ 6x4 ਮੀਟਰ ਦੇ ਇੰਟਰਨੈਸ਼ਨਲ ਲੈਵਲ 'ਤੇ ਯੂਜ਼ ਕੀਤੇ ਜਾਂਦੇ ਨੇ। ਅਤੇ ਜਿਹੜੀ ਦੀ ਹਾਈਟ ਹੁੰਦੀ ਆ ਉਹ 70 ਸੈਂਟੀਮੀਟਰ ਹੁੰਦੀ ਹੈ ਜਾਂ 0.7 ਮੀਟਰ ਕਹਿ ਸਕਦੇ ਹਾਂ ਜੀ। ਅੱਗੇ ਪੋਲ ਵੋਲਟ ਆ ਜਾਂਦਾ ਜੀ। ਪੋਲ ਵੋਲਟ ਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਪਲਾਂਟ ਕਰਨਾ ਹੁੰਦਾ ਹੈ ਨਾ, ਤਾਂ ਪਲਾਂਟਿੰਗ ਬਾਕਸ ਆ ਜਾਂਦਾ ਸਾਡਾ। ਪਲਾਂਟਿੰਗ ਬਾਕਸ ਆ ਜਿਹੜਾ ਉਹ 60 ਸੈਂਟੀਮੀਟਰ ਦੀ ਉਹਦੀ ਇੱਧਰ ਨੂੰ ਹੁੰਦੀ ਹੈ। 1.084 ਮੀਟਰ ਇਸ ਤਰ੍ਹਾਂ ਲੰਬਾਈ ਹੁੰਦੀ ਹੈ ਜੀ ਉਸਦੀ, ਅਤੇ ਵਿੱਚ ਨੂੰ ਜਿਹੜਾ ਡੂੰਘਾ ਹੁੰਦਾ ਇਹ 15 ਸੈਂਟੀਮੀਟਰ ਹੁੰਦਾ। ਤਾਂ ਉਸ ਤੋਂ ਬਾਅਦ ਇਹਦਾ ਰਨਵੇ ਹੁੰਦਾ ਜੀ। ਰਨਵੇ 40 ਮੀਟਰ ਹੈ ਜਿਹੜਾ ਉਹ ਮਿਨੀਮਮ ਇਹਦਾ ਹੋਣਾ ਚਾਹੀਦਾ, 45 ਮੀਟਰ ਤੱਕ ਹੋ ਸਕਦਾ। ਪਲਾਂਟ ਕਰਕੇ ਅਸੀਂ ਕ੍ਰੋਸ ਬਾਰ ਦੇ ਉੱਪਰ ਦੀ ਕ੍ਰੋਸ ਕਰਨਾ ਹੁੰਦਾ। ਗੱਦਿਆਂ ਦਾ ਸਾਈਜ਼ 6x6 ਹੋ ਜਾਂਦਾ ਜੀ ਇਹਦੇ ਵਿੱਚ। ਅਤੇ ਇਹ ਸਾਰੀ ਇਹਦੀ ਡਾਈਮੈਂਸ਼ਨਸ ਹੈਗੀਆਂ ਨੇ। ਜ਼ਿਆਦਾ ਸਾਨੂੰ ਇੰਨਾ ਡੀਪਲੀ ਕੁਐਸਚਨ ਨਹੀਂ ਪੁੱਛਿਆ ਜਾਏਗਾ, ਤਾਂ ਇਹਨੂੰ ਕਦੇ ਫੇਰ ਅਸੀਂ ਡਿਸਕਸ ਕਰ ਲਵਾਂਗੇ। ਤਾਂ ਨੈਕਸਟ ਸ਼ਾਰਟ ਪੁੱਟ ਹੈਗਾ ਜੀ। ਸ਼ਾਰਟ ਪੁੱਟ ਦਾ ਜਿਹੜਾ ਸਰਕਲ ਹੁੰਦਾ 2.135 ਮੀਟਰ ਦਾ ਹੁੰਦਾ। ਰੇਡੀਅਸ ਇਹਦਾ ਹੁੰਦਾ ਜੀ 1.067 ਮੀਟਰ ਹੁੰਦਾ। ਉਸ ਤੋਂ ਬਾਅਦ ਇੱਧਰ 75 ਸੈਂਟੀਮੀਟਰ ਦੀਆਂ ਲਾਈਨਸ ਲੱਗੀਆਂ ਹੁੰਦੀਆਂ ਨੇ। ਅਤੇ ਸ਼ਾਰਟ ਪੁੱਟ ਦਾ ਵਜ਼ਨ ਜਿਹੜਾ ਮੁੰਡਿਆਂ ਦੇ ਲਈ ਹੈਗਾ ਜੀ ਉਹ 4 ਕਿਲੋ, ਅਤੇ ਕੁੜੀਆਂ ਦੇ ਲਈ ਜਿਹੜਾ ਹੈਗਾ ਉਹ ਹੁੰਦਾ, ਕੁੜੀਆਂ ਦੇ ਲਈ 4 ਕਿਲੋ ਅਤੇ ਮੁੰਡਿਆਂ ਦੇ ਲਈ ਹੁੰਦਾ 7.260 ਕਿਲੋਗ੍ਰਾਮ ਜੀ। ਤਾਂ ਡਿਸਕਸ ਥਰੋ ਦੇਖ ਲਈਏ। ਡਿਸਕਸ ਥਰੋ ਦਾ ਜਿਹੜਾ ਡਾਇਆਮੀਟਰ ਹੈ ਜੀ ਉਹ ਹੁੰਦਾ 2.50 ਅਤੇ ਰੇਡੀਅਸ ਹੁੰਦਾ 1.25 ਮੀਟਰ। ਬਾਕੀ ਲਗਭਗ ਸਾਰਾ ਇਹਦੇ ਵਿੱਚ ਸੇਮ ਹੀ ਹੁੰਦਾ ਜੀ। ਇਹਦਾ ਜਿਹੜਾ ਐਂਗਲ ਹੁੰਦਾ ਉਹ 34.92 ਡਿਗਰੀ ਦਾ ਹੁੰਦਾ। ਸੈਕਟਰ ਦਾ ਜਿਹੜਾ ਐਂਗਲ ਸੈੱਟ ਕੀਤਾ ਜਾਂਦਾ, ਮੁੰਡਿਆਂ ਦੇ ਲਈ 2 ਕਿਲੋ ਦੀ ਡਿਸਕਸ ਹੁੰਦੀ ਹੈ ਅਤੇ ਕੁੜੀਆਂ ਦੇ ਲਈ 1 ਕਿਲੋ ਦੀ ਡਿਸਕਸ ਹੁੰਦੀ ਹੈ। ਜੈਵਲਿਨ ਥਰੋ ਹੈਗਾ ਜੀ। ਜੈਵਲਿਨ ਥਰੋ ਦੇ ਵਿੱਚ ਇੱਕ ਚੀਜ਼ ਯਾਦ ਰੱਖਿਓ ਕਿ ਐਥਲੈਟਿਕ ਦੇ ਵਿੱਚ ਇੱਕੋ ਲਾਈਨ ਹੈ ਜਿਹੜੀ 7 ਸੈਂਟੀਮੀਟਰ ਦੀ ਹੁੰਦੀ ਹੈ, ਇਹ ਵਾਲੀ ਲਾਈਨ ਹੁੰਦੀ ਹੈ। ਇਹਨੂੰ ਸਕਰੈਚ ਲਾਈਨ ਵੀ ਬੋਲ ਦਿੰਦੇ ਨੇ। ਜਿਹੜੀ ਫਾਊਲ ਲਾਈਨ ਲੱਗੀ ਹੁੰਦੀ ਹੈ ਜੈਵਲਿਨ ਦੇ ਵਿੱਚ, ਤਾਂ ਇਹਦਾ ਜਿਹੜਾ ਰਨਵੇ ਹੈਗਾ ਜੀ ਉਹ 30 ਮੀਟਰ ਤੋਂ ਲੈ ਕੇ 36 ਮੀਟਰ ਤੱਕ ਹੋ ਸਕਦਾ, 36.5 ਮੀਟਰ ਤੱਕ। ਅਤੇ ਆਰਕ ਹੈ ਜਿਹੜੀ ਇਹਦੀ 7 ਸੈਂਟੀਮੀਟਰ ਦੀ ਹੁੰਦੀ ਆ। ਤਾਂ ਵੇਟ 800 ਗ੍ਰਾਮ ਮੁੰਡਿਆਂ ਦੇ ਲਈ ਹੁੰਦਾ, ਕੁੜੀਆਂ ਦੇ ਲਈ 600 ਗ੍ਰਾਮ ਵੇਟ ਹੁੰਦਾ ਜੀ। ਅਤੇ ਲੈਂਥ ਹੈ ਜਿਹੜੀ ਉਹ 2.60 ਮੀਟਰ ਤੋਂ ਲੈ ਕੇ 2.70 ਮੀਟਰ ਤੱਕ ਮੁੰਡਿਆਂ ਦੇ ਲਈ ਹੁੰਦੀ ਹੈ। ਕੁੜੀਆਂ ਦੇ ਲਈ 2.20 ਮੀਟਰ ਤੋਂ ਲੈ ਕੇ 2.30 ਮੀਟਰ ਤੱਕ ਹੁੰਦੀ ਹੈ। ਅਤੇ ਵਾਲੀਬਾਲ ਦਾ ਜਿਹੜਾ ਵੇਟ ਹੈ ਉਹ ਸੇਮ ਹੁੰਦਾ 260 ਗ੍ਰਾਮ ਤੋਂ ਲੈ ਕੇ 280 ਗ੍ਰਾਮ ਮੁੰਡਿਆਂ ਦੇ ਲਈ, ਕੁੜੀਆਂ ਦੇ ਲਈ 220 ਗ੍ਰਾਮ ਤੋਂ 230 ਗ੍ਰਾਮ। ਇੱਕ ਵਾਰ ਕ੍ਰੋਸ ਚੈੱਕ ਵੀ ਕਰ ਲਿਓ। ਉਸ ਤੋਂ ਬਾਅਦ ਗ੍ਰਿਪ ਹੈ ਜੀ ਜਿਹੜਾ ਮੁੰਡਿਆਂ ਦੇ ਲਈ 15 ਤੋਂ 16 mm ਦਾ ਹੁੰਦਾ, ਅਤੇ ਕੁੜੀਆਂ ਦੇ ਲਈ 14 ਤੋਂ 15 mm ਦਾ ਹੁੰਦਾ। ਅਤੇ ਇੱਕ ਜਿਹੜਾ ਐਂਗਲ ਦੇਖ ਲਓ, ਇਹਦਾ ਐਂਗਲ ਵੈਸੇ 29 ਡਿਗਰੀ ਲਿਖਿਆ ਮਿਲੂਗਾ ਤੁਹਾਨੂੰ, ਐਕਚੁਅਲ ਜਿਹੜਾ ਹੁੰਦਾ ਉਹ 28.96 ਡਿਗਰੀ ਹੁੰਦਾ ਜੀ। ਅਗਲਾ ਦੇਖ ਲਈਏ ਜੀ ਹੈਮਰ ਥਰੋ। ਹੈਮਰ ਥਰੋ ਹੈ ਜਿਹੜਾ ਇਹਦਾ ਜਿਹੜਾ ਵੇਟ ਹੈ ਉਹ ਸੇਮ ਹੁੰਦਾ ਸ਼ਾਰਟ ਪੁੱਟ ਵਾਲਾ, ਅਤੇ ਜਿਹੜਾ ਦਾ ਆਪਣਾ ਸਰਕਲ ਹੈਗਾ ਉਹ ਵੀ ਸ਼ਾਰਟ ਪੁੱਟ ਵਾਲਾ ਸੇਮ ਹੈ। ਜਸਟ ਇਹਦੇ ਵਿੱਚ ਇੱਕ ਹੁੰਦਾ ਜਿਹੜੀ ਵਾਇਰ ਲੱਗੀ ਹੁੰਦੀ ਹੈ, ਤਾਂ ਵਾਇਰ ਹੈ ਜਿਹੜੀ ਉਹਦੀ ਲੈਂਥ ਜਿਹੜੀ ਹੁੰਦੀ ਉਹ 1.15 ਮੀਟਰ ਹੁੰਦੀ ਹੈ, ਅਤੇ ਥਿਕਨੈਸ ਵਾਇਰ ਦੀ ਹੁੰਦੀ ਹੈ ਜੀ 3 mm। ਅੱਗੇ ਆ ਗਈ ਸਾਡੇ ਕੋਲ ਗੇਮ, ਸਾਡੀ ਪਹਿਲੀ ਬੈਡਮਿੰਟਨ ਗੇਮ ਹੈ ਜਿਹੜੀ ਸਿੰਗਲ ਅਤੇ ਡਬਲ 2 ਤਰੀਕੇ ਨਾਲ ਖੇਡੀ ਜਾਂਦੀ ਹੈ ਜੀ। ਇਹਦੀ ਲੰਬਾਈ ਗਰਾਊਂਡ ਦੀ 13.40 ਮੀਟਰ ਹੁੰਦੀ ਹੈ, ਅਤੇ ਚੌੜਾਈ ਡਬਲ ਦੇ ਲਈ 6.10 ਮੀਟਰ ਹੁੰਦੀ ਹੈ, ਅਤੇ ਸਿੰਗਲ ਦੇ ਲਈ 5.18 ਮੀਟਰ ਹੁੰਦੀ ਹੈ ਜੀ। ਤਾਂ ਇਹਦੀ ਜਿਹੜੀ ਲਾਸਟ ਗੈਲਰੀ ਹੈਗੀ ਉਹ 76 ਸੈਂਟੀਮੀਟਰ ਦੀ ਹੁੰਦੀ ਹੈ। ਸਾਈਡ ਵਾਲੀ ਹੈ ਜਿਹੜੀ ਉਹ 46 ਸੈਂਟੀਮੀਟਰ ਦੀ ਹੁੰਦੀ ਹੈ, ਅਤੇ ਨੈੱਟ ਦੀ ਹਾਈਟ 5 ਫੁੱਟ 1 ਇੰਚ ਹੁੰਦੀ ਹੈ ਜੀ।
ਅਤੇ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਜੀ ਜਿਹੜਾ ਇਹਦਾ ਸੈੱਟ ਹੁੰਦੇ ਨੇ। ਇਹ ਗੇਮ 3 ਸੈੱਟਾਂ ਦੇ ਵਿੱਚ ਖੇਡੀ ਜਾਂਦੀ ਹੈ। 21 21 15 3 ਸੈੱਟ ਹੁੰਦੇ ਨੇ। ਜਿਹੜਾ 2 ਸੈੱਟ ਜਿੱਤ ਜਾਂਦਾ ਉਹਨੂੰ ਅਸੀਂ ਵਿਨਰ ਕਹਿ ਦਿੰਦੇ ਹਾਂ। ਅਤੇ ਜੇਕਰ ਸਕੋਰ ਨੇ ਜਿਹੜੇ ਉਹ ਡਿਊਸ ਹੋ ਜਾਂਦੇ ਨੇ ਇਹਦੇ ਵਿੱਚ ਜੀ 20 ਸਕੋਰ ਬਰਾਬਰ ਹੋ ਗਏ ਤਾਂ ਜਿਹੜਾ ਪਲੇਅਰ ਹੈ ਪਹਿਲਾਂ 30 ਸਕੋਰ ਪੂਰੇ ਕਰ ਦੂਗਾ, ਜਾਂ ਜਿਹੜੇ ਦੇ 2 ਕੰਟੀਨਿਊਸ ਸਕੋਰ ਆ ਜਾਣਗੇ। ਜੇ 2 ਕੰਟੀਨਿਊਸ ਸਕੋਰ ਨਹੀਂ ਆਉਂਦੇ ਤਾਂ 30 'ਤੇ ਅਪ ਹੋ ਜਾਏਗਾ। ਜਿਹਦੇ 30 ਪਹਿਲਾਂ ਹੋ ਗਏ, ਮੰਨ ਲਓ ਕਿਸੇ ਦੇ 20 ਹੋ ਗਏ ਤਾਂ ਜਿੰਨਾ ਟਾਈਮ ਉਹ ਲਗਾਤਾਰ 2 ਸਕੋਰ ਅਪ ਨਹੀਂ ਕਰਦਾ, ਯਾਨੀ ਕਿ ਉਹਦੇ 22 ਨਹੀਂ ਹੁੰਦੇ, ਦੂਸਰੇ ਦੇ 20 ਨਹੀਂ ਰਹਿੰਦੇ, ਜਦ ਦੇ ਦੋਨਾਂ ਦੇ 21 ਹੋ ਗਏ, ਇੱਕ ਦੇ 22 ਹੋ ਗਏ, ਤਾਂ 2 ਦਾ ਡਿਫਰੈਂਸ ਹੋਣਾ ਚਾਹੀਦਾ। ਫਿਰ ਜਿਹੜੀ ਇਹ ਸਿਚੁਏਸ਼ਨ ਆ ਉਹ ਸੋਲਵ ਹੋਏਗੀ। ਉਹ ਤੋਂ ਬਾਅਦ ਲਿਖ ਲਈਏ ਲੈਂਥ ਦੇਖ ਲਈਏ ਜੀ, ਤਾਂ ਸਿੰਗਲ ਦੇ ਵਾਸਤੇ 13.40 ਮੀਟਰ ਹੁੰਦੀ ਹੈ, ਅਤੇ ਡਬਲ ਦੇ ਲਈ ਜਿਹੜੀ ਲੈਂਥ ਹੈਗੀ ਆ ਉਹ ਵੀ 13.40। ਦੋਨਾਂ ਲਈ ਲੈਂਥ ਸੇਮ ਹੈ, ਪਰ ਬਿਡਥ ਦਾ ਫਰਕ ਹੋਏਗਾ ਜੀ। ਸਿੰਗਲ ਵਿੱਚ 5.18 ਹੁੰਦੀ ਹੈ ਅਤੇ ਡਬਲ ਦੇ ਵਿੱਚ 6.10 ਹੁੰਦੀ ਹੈ। ਸ਼ਾਰਟ ਸਰਵਿਸ ਲਾਈਨ ਦੋਨਾਂ ਲਈ 1.98 'ਤੇ ਹੁੰਦੀ ਹੈ। ਲੌਂਗ ਸਰਵਿਸ ਲਾਈਨ ਹੈ ਜਿਹੜੀ ਉਹ ਸਿੰਗਲ ਦੇ ਵਿੱਚ ਜਿਹੜੀ ਪਿਛਲੀ ਗੈਲਰੀ ਇਨਕਲੂਡ ਹੁੰਦੀ ਹੈ ਜੀ 6.70 ਮੀਟਰ ਦੀ, ਅਤੇ ਡਬਲ ਦੇ ਵਿੱਚ ਇਨਕਲੂਡ ਨਹੀਂ ਹੁੰਦੀ 5.94 ਮੀਟਰ। ਲਾਈਨ ਹੈ ਜਿਹੜੀਆਂ 4 ਸੈਂਟੀਮੀਟਰ ਦੀਆਂ ਲੱਗੀਆਂ ਹੁੰਦੀਆਂ ਨੇ। ਪੋਲ ਨੇ ਜਿਹੜੇ 1.55 ਮੀਟਰ 'ਤੇ ਲੱਗੇ ਹੁੰਦੇ ਨੇ ਜੀ। ਪੋਲਾਂ ਦਾ ਸਰਕਮਫਰਾਂਸ ਹੈ ਜਿਹੜਾ ਉਹ 4 ਸੈਂਟੀਮੀਟਰ ਹੁੰਦਾ ਹੈ। ਨੈੱਟ ਹੈ ਜਿਹੜਾ ਨੈੱਟ ਦੀ ਲੈਂਥ 6.10 ਮੀਟਰ ਹੁੰਦੀ ਹੈ। ਬਿਡਥ 76 ਸੈਂਟੀਮੀਟਰ ਹੁੰਦੀ ਹੈ। ਹਾਈਟ ਆਪਾਂ ਗੱਲ ਕਰੀ ਲਈ 1.55 ਮੀਟਰ ਐਟ ਪੋਲ ਹੁੰਦਾ, ਸੈਂਟਰ 'ਤੇ 1.52 ਜਿਹੜਾ ਮੀਟਰ ਹੈ ਸੈਂਟਰ ਤੋਂ ਹੁੰਦਾ ਜੀ। ਰੈਕਟ ਹੈ ਜਿਹੜਾ ਰੈਕਟ ਦੀ ਲੈਂਥ 680 mm, ਇਹ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਿਡਥ ਹੈ ਜਿਹੜਾ 280 mm ਤੋਂ 220 ਦੇ ਵਿੱਚ ਹੋਣੀ ਚਾਹੀਦੀ ਹੈ ਜੀ। ਵੇਟ ਹੈ ਜਿਹੜਾ 100 ਗ੍ਰਾਮ ਹੋਣਾ ਚਾਹੀਦਾ। ਸ਼ਟਲ ਆ ਗਈ ਜੀ 4.74 ਤੋਂ 5.50 ਗ੍ਰਾਮ ਸ਼ਟਲ ਦਾ ਭਾਰ ਹੁੰਦਾ। ਫੈਦਰ ਦਾ ਜਿਹੜੀ ਲੈਂਥ ਹੈਗੀ ਹੈ 62 mm ਤੋਂ 70 mm। ਫੈਦਰ ਦੀ ਗਿਣਤੀ ਹੈ ਜਿਹੜੀ 14 ਤੋਂ 16 ਤੱਕ ਹੋ ਸਕਦੀ ਹੈ। ਗੇਮਸ ਨੇ ਜਿਹੜੇ ਸਿੰਗਲ, ਡਬਲ ਅਤੇ ਮਿਕਸਡ ਹੋ ਸਕਦੀ ਹੈ ਜੀ। ਪੁਆਇੰਟਸ ਨੇ ਜਿਹੜੇ ਉਹ ਬੈਸਟ ਆਫ 3 21 ਪੁਆਇੰਟ ਦਾ ਹੁੰਦਾ। ਰੈਸਟ ਗੇਮ ਦੇ ਵਿੱਚ 120 ਸੈਕਿੰਡ ਦੀ ਮਿਲਦੀ ਹੈ ਜੀ। ਬਾਕੀ 11 ਪੁਆਇੰਟ ਤੋਂ ਬਾਅਦ ਜਦੋਂ ਕੋਰਟ ਚੇਂਜ ਹੁੰਦਾ ਉਦੋਂ ਵੀ 60 ਸੈਕਿੰਡ ਦੀ ਰੈਸਟ ਮਿਲਦੀ ਹੈ। ਇੱਕ ਰੈਫਰੀ ਹੁੰਦਾ, ਇੱਕ ਅਸਿਸਟੈਂਟ ਰੈਫਰੀ, ਇੱਕ ਅੰਪਾਇਰ, ਇੱਕ ਜੱਜ, 4 ਲਾਈਨ ਜੱਜ ਨੇ ਜਿਹੜੇ ਉਹ ਹੁੰਦੇ ਨੇ ਜੀ। ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕਾਰਡ, ਯੈਲੋ ਕਾਰਡ ਵਾਰਨਿੰਗ ਦੇ ਲਈ ਹੁੰਦਾ। ਰੈੱਡ ਕਾਰਡ ਹੈ ਜਿਹੜਾ ਐਡੀਸ਼ਨਲ ਪੁਆਇੰਟ ਓਪੋਨੈਂਟ ਨੂੰ ਦੇ ਸਕਦੇ ਹਾਂ। ਬਲੈਕ ਕਾਰਡ ਦਾ ਮਤਲਬ ਹੁੰਦਾ ਡਿਸਕੁਆਲੀਫਾਈ ਕਰਨਾ। ਬਾਸਕਟਬਾਲ ਦੇਖ ਲਈਏ ਜੀ ਅੱਗੇ। ਬਾਸਕਟਬਾਲ ਦੀ ਮੇਜ਼ਰਮੈਂਟ ਦੇਖ ਲਈਏ। 28x15 ਦਾ ਗਰਾਊਂਡ ਹੁੰਦਾ। ਸੈਂਟਰ ਵਾਲਾ ਰੇਡੀਅਸ 1.80 'ਤੇ ਲੱਗਿਆ ਹੁੰਦਾ ਜੀ। ਜਿਹੜਾ 3 ਪੁਆਇੰਟਰ ਹੁੰਦਾ ਉਹ 6.75 'ਤੇ ਲੱਗਿਆ ਹੁੰਦਾ। 3 ਪੁਆਇੰਟ ਲਾਈਨ ਤੋਂ ਸਾਈਡ ਲਾਈਨ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ 90 ਸੈਂਟੀਮੀਟਰ ਦਾ ਹੁੰਦਾ ਜੀ। ਇਹਦੇ 'ਚ ਯਾਦ ਇਹ ਰੱਖ ਲਿਓ ਬਸ, ਇੱਕ ਤਾਂ ਸਾਨੂੰ ਬੋਰਡ ਦੀ ਹਾਈਟ ਪੁੱਛ ਲਈ ਜਾਂਦੀ ਹੈ। ਜਿਵੇਂ ਬੋਰਡ ਦੀ ਹਾਈਟ ਧਰਤੀ ਤੋਂ 2.90 ਮੀਟਰ ਹੁੰਦੀ ਹੈ, ਅਤੇ ਜਿਹੜਾ ਰਿੰਗ ਹੁੰਦਾ ਜੀ ਉਹ 3.05 ਮੀਟਰ ਉੱਚਾ ਹੁੰਦਾ। ਲੈਂਥ ਅਤੇ ਵਿਡਥ ਜਿਹੜਾ ਬੋਰਡ ਲੱਗਿਆ ਹੁੰਦਾ ਵਿੱਚ ਉਹਦੀ ਹੁੰਦੀ 1.80 ਤੋਂ 1.05। ਤਾਂ ਰਿੰਗ ਹੈ ਜਿਹੜਾ 45 ਸੈਂਟੀਮੀਟਰ ਦਾ ਰੇਡੀਅਸ ਹੁੰਦਾ ਕਿ ਡਾਇਆਮੀਟਰ, ਇੱਕ ਵਾਰ ਚੈੱਕ ਕਰ ਲਿਓ। ਰਿੰਗ ਜਿਹੜੀ ਮੈਟਲ ਦੀ 20 mm ਦੀ ਬਣੀ ਹੁੰਦੀ ਹੈ। ਸਰਕਮਫਰਾਂਸ ਹੈ ਜਿਹੜਾ ਰਿੰਗ ਦਾ ਉਹ 45 ਸੈਂਟੀਮੀਟਰ ਹੁੰਦਾ। ਲੂਪਸ ਨੇ ਜਿਹੜੇ ਉਹ 12 ਸੈਂਟੀਮੀਟਰ ਦੇ ਹੁੰਦੇ ਨੇ ਜੀ। ਡਿਸਟੈਂਸ ਬਿਟਵੀਨ ਰਿੰਗ ਟੂ ਬੋਰਡ 0.15 ਮੀਟਰ ਹੁੰਦਾ। ਤਾਂ ਇੱਕ ਜਿਹੜਾ ਨੋ 4 ਸੈਮੀ ਸਰਕਲ ਇਹਦੇ ਹੇਠਾਂ ਬਣਿਆ ਹੁੰਦਾ ਰਿੰਗ ਦੇ, ਉਹ 1.25 ਮੀਟਰ ਦਾ ਬਣਿਆ ਹੁੰਦਾ। ਤਾਂ ਐਂਡ ਲਾਈਨ ਟੂ ਮਿਡਲ ਲਾਈਨ ਹੈ ਜਿਹੜੀ ਰਿੰਗ ਦੀ, ਇਹਦੀ ਦੂਰੀ ਹੁੰਦੀ ਹੈ ਜੀ 1.557 ਮੀਟਰ। ਤਾਂ ਬੋਲ ਹੈ ਜਿਹੜਾ ਬੋਲ ਦਾ ਭਾਰ ਦੇਖ ਲਈਏ। ਮੁੰਡਿਆਂ ਦੇ ਲਈ 567 ਗ੍ਰਾਮ ਤੋਂ 650 ਗ੍ਰਾਮ ਹੁੰਦਾ ਜੀ, ਅਤੇ ਡਾਇਆਮੀਟਰ 74.9 ਤੋਂ 78 ਸੈਂਟੀਮੀਟਰ। ਕੁੜੀਆਂ ਵਾਸਤੇ ਵੇਟ ਹੈ ਜਿਹੜਾ ਬਾਸਕਟਬਾਲ ਦਾ 510 ਤੋਂ 567 ਗ੍ਰਾਮ ਹੁੰਦਾ, ਅਤੇ ਡਾਇਆਮੀਟਰ 72 ਤੋਂ ਲੈ ਕੇ 73 ਸੈਂਟੀਮੀਟਰ ਤੱਕ ਹੁੰਦਾ। 72.4 ਤੋਂ 73.7 ਸੈਂਟੀਮੀਟਰ। 12 ਪਲੇਅਰ ਹੁੰਦੇ ਨੇ, 5 ਪਲੇਇੰਗ ਹੁੰਦੇ ਨੇ ਜੀ, 7 ਸਬਸਟੀਟਿਊਸ਼ਨ ਹੁੰਦੇ ਨੇ। ਪਲੇਅਰਾਂ ਦੇ ਚੈਸਟ ਨੰਬਰ ਨੇ ਜਿਹੜੇ 1 ਤੋਂ 99 ਤੱਕ ਹੋ ਸਕਦੇ ਨੇ। ਜੰਪ ਬਾਲ ਦੇ ਨਾਲ ਸਟਾਰਟ ਹੁੰਦੀ ਹੈ। 4 ਕੁਆਟਰ ਹੁੰਦੇ ਨੇ, 15 ਮਿੰਟ ਦਾ ਇੱਕ ਕੁਆਟਰ ਹੁੰਦਾ ਜੀ। ਤਾਂ ਇਹ ਸਿੰਪਲ ਹੈ ਇਹਦੇ ਬਾਰੇ। ਹੁਣ ਇੱਕ ਕ੍ਰਿਕਟ ਦੇਖ ਲਈਏ। ਕ੍ਰਿਕਟ ਦੀ ਜਿਹੜੀ ਪਿੱਚ ਦੀ ਲੰਬਾਈ ਹੈ ਜੀ ਉਹ ਮੀਟਰਾਂ ਦੇ ਵਿੱਚ 20.12 ਮੀਟਰ ਹੁੰਦੀ ਹੈ। ਜਿਹੜੀ ਇਹਦੀਆਂ ਰਿਟਰਨ ਕਰੀਜ਼ ਹੁੰਦੀਆਂ ਨੇ 1.22 ਮੀਟਰ ਦੀਆਂ ਹੁੰਦੀਆਂ ਨੇ ਜੀ, ਅਤੇ ਜਿਹੜੀਆਂ ਦੂਸਰੀਆਂ ਪੋਪਿੰਗ ਕਰੀਜ਼ ਹੁੰਦੀ ਹੈ, ਪੋਪਿੰਗ ਕਰੀਜ਼ ਵੀ ਇੱਧਰ 1.22 ਮੀਟਰ, ਇੱਧਰ 1.22 ਮੀਟਰ ਵਿਚਕਾਰ ਇਹਨਾਂ ਦਾ ਜਿਹੜਾ ਬਿਲਕੁਲ ਹੈਗਾ ਜੀ ਉਹ ਇਹਨਾਂ ਦਾ ਸਟੰਪਸ ਲੱਗੇ ਹੁੰਦੇ ਨੇ ਸੈਂਟਰ ਦੇ ਵਿੱਚ ਇਹਨਾਂ ਦੇ। ਅਤੇ ਇੱਧਰਲੇ ਨੂੰ ਅਸੀਂ ਰਿਟਰਨ ਕਰੀਜ਼ ਕਹਿ ਦਿੰਦੇ ਹਾਂ, ਇੱਧਰਲੇ ਨੂੰ ਅਸੀਂ ਪੋਪਿੰਗ ਕਰੀਜ਼ ਕਹਿ ਦਿੰਦੇ ਹਾਂ। ਲੈਂਥ ਹੈਗੀ 20.12 ਮੀਟਰ ਕ੍ਰਿਕਟ ਪਿੱਚ ਦੀ। ਤਾਂ ਇਹ ਤੋਂ ਦੇਖ ਲਓ ਇੱਕ ਵਾਰ। ਜਿਹੜੀ ਬਿਡਥ ਹੈਗੀ ਆ 3.05 ਹੈਗੀ ਹੈ ਜੀ।
ਇਹਦੇ 'ਚੋਂ ਜ਼ਿਆਦਾ ਕੁਐਸਚਨ ਤਾਂ ਕੋਈ ਨਹੀਂ ਪੁੱਛਿਆ ਜਾਂਦਾ। ਆਫੀਸ਼ੀਅਲਸ ਗੇਮ ਹੈ ਨਾ, ਇੱਕ ਫਾਰਮੈਟ ਨੇ ਜਿਵੇਂ ODI ਫਾਰਮੈਟ ਹੈਗਾ, T20 ਵਰਲਡ ਕੱਪ ਹੈਗਾ ਅਤੇ ਟੈਸਟ ਮੈਚ, 3 ਫਾਰਮੈਟ ਨੇ ਜਿਹੜੇ ਚੱਲ ਰਹੇ ਨੇ। ਇਹ ਸਾਰਿਆਂ ਦੀਆਂ ਹੈਗੀਆਂ ਨੇ ਜੀ ਆਪਣੀਆਂ ਪੋਜੀਸ਼ਨਸ, ਕਿਹੜਾ ਪਲੇਅਰ ਕਿੱਥੇ ਖੇਡਦਾ। ਵੈਸੇ GK ਲਈ ਤੁਸੀਂ ਯਾਦ ਰੱਖ ਸਕਦੇ ਹੋ। ਫੁੱਟਬਾਲ ਆ ਗਈ ਜੀ। ਫੁੱਟਬਾਲ ਦੇ ਵਿੱਚ ਦੇਖ ਲਈਏ, ਜਿਹੜੀ ਲੈਂਥ ਹੈ ਇਹਦੀ ਉਹ 100 ਮੀਟਰ ਤੋਂ ਲੈ ਕੇ 110 ਮੀਟਰ ਤੱਕ ਹੋ ਸਕਦੀ ਹੈ। ਵਿਡਥ 64 ਮੀਟਰ ਤੋਂ 75 ਮੀਟਰ ਤੱਕ ਹੋ ਸਕਦੀ ਹੈ ਜੀ। ਉਸ ਤੋਂ ਅੱਗੇ ਹੈ ਜਿਹੜਾ ਸਾਡੇ ਕੋਲ ਗੋਲ ਏਰੀਆ 5.50 ਮੀਟਰ, ਪੈਨਲਟੀ ਏਰੀਆ 16.50 ਮੀਟਰ, ਡਿਸਟੈਂਸ ਬਿਟਵੀਨ ਪੈਨਲਟੀ ਮਾਰਕ ਐਂਡ ਗੋਲ ਲਾਈਨ 11 ਮੀਟਰ। ਜਿਹੜੀ ਪੈਨਲਟੀ ਲੱਗਦੀ ਹੈ ਉਹ 11 ਮੀਟਰ ਤੋਂ ਲੱਗਦੀ ਹੈ। ਪੈਨਲਟੀ ਆਰਕ ਫਰੋਮ ਪੈਨਲਟੀ ਮਾਰਕ ਇਹ ਹੁੰਦੀ ਹੈ 9.15 ਅਤੇ ਜਿਹੜੀ ਬਾਹਰਲੀ ਡੀ ਦੇ ਬਾਹਰ ਲੱਗੀ ਹੁੰਦੀ ਹੈ ਜੀ। ਕਾਰਨਰ ਆਰਕ ਹੈ ਜਿਹੜੀ 1 ਮੀਟਰ ਦੇ ਉੱਪਰ ਲੱਗੀ ਹੁੰਦੀ ਹੈ। ਗੋਲ ਪੋਸਟਾਂ ਦੀ ਜਿਹੜੀ ਹਾਈਟ ਹੈ ਜੀ ਉਹ 8 ਫੁੱਟ ਹੁੰਦੀ ਹੈ। ਉਚਾਈ ਅਤੇ ਲੰਬਾਈ 24 ਫੁੱਟ ਹੁੰਦੀ ਹੈ ਮੀਟਰਾਂ ਦੇ ਵਿੱਚ। ਹਾਈਟ 2.44 ਮੀਟਰ ਅਤੇ ਜਿਹੜੀ ਆਪਣਾ ਬਿਡਥ ਥੱਲੋਂ ਹੈਗੀ ਉਹ 7.32 ਮੀਟਰ ਹੁੰਦੀ ਹੈ। ਸਰਕਮਫਰੰਸ ਪੋਸਟ ਦਾ 12 ਸੈਂਟੀਮੀਟਰ ਹੁੰਦਾ ਅਤੇ ਇਹਨਾਂ ਦਾ ਰੰਗ ਆ ਜਿਹੜਾ ਉਹ ਹਮੇਸ਼ਾ ਚਿੱਟਾ ਹੋਣਾ ਚਾਹੀਦਾ। ਜਿਹੜੇ ਕਾਰਨਰ ਫਲੈਗ ਲੱਗੇ ਹੁੰਦੇ ਨੇ ਜੀ ਉਹਨਾਂ ਦੀ ਜਿਹੜੀ ਹਾਈਟ ਹੁੰਦੀ ਹੈ 1.5 ਮੀਟਰ ਹੁੰਦੀ ਹੈ। ਬਾਲ ਦਾ ਭਾਰ 410 ਗ੍ਰਾਮ ਤੋਂ 450 ਗ੍ਰਾਮ ਹੁੰਦਾ ਜੀ। 18 ਟੋਟਲ ਪਲੇਅਰ ਹੁੰਦੇ ਨੇ, 11 ਪਲੇਇੰਗ ਹੁੰਦੇ ਨੇ, 3 ਸਬਸਟੀਟਿਊਸ਼ਨ ਹੁੰਦੀਆਂ ਨੇ। 90 ਮਿੰਟ ਦੀ ਗੇਮ ਹੁੰਦੀ ਹੈ। 15-15 ਦਾ ਮੈਚ ਹੁੰਦਾ ਜੀ। ਕਿੱਕ ਆਫ ਦੇ ਨਾਲ ਮੈਚ ਹੈ ਜਿਹੜਾ ਉਹ ਸਟਾਰਟ ਹੁੰਦਾ। ਇੱਕ ਰੈਫਰੀ, 2 ਅਸਿਸਟੈਂਟ ਰੈਫਰੀ, 4th ਆਫੀਸ਼ੀਅਲ 1 ਹੁੰਦਾ ਅਤੇ ਆਫੀਸ਼ੀਅਲਸ ਹੁੰਦੇ ਨੇ। ਅੱਗੇ ਹਾਕੀ ਦੇਖ ਲਈਏ ਜੀ। ਹਾਕੀ ਹੈ ਜਿਹੜੀ ਇਹਦਾ ਗਰਾਊਂਡ ਦੀ ਲੈਂਥ 91.40 ਮੀਟਰ ਹੁੰਦੀ ਹੈ। ਵਿਡਥ 55 ਮੀਟਰ ਹੁੰਦੀ ਹੈ। ਸ਼ੂਟਿੰਗ ਸਰਕਲ ਹੈ ਜਿਹੜਾ ਉਹ 14.63 'ਤੇ ਲੱਗਿਆ ਹੁੰਦਾ ਜੀ। ਪੈਨਲਟੀ ਮਾਰਕ 6.47 ਮੀਟਰ 'ਤੇ ਲੱਗਿਆ ਹੁੰਦਾ। ਉਸ ਤੋਂ ਬਾਅਦ ਸਰਕਮਫਰੰਸ ਹੈ ਜਿਹੜਾ ਉਹਦਾ 150 mm ਹੁੰਦਾ। ਪੈਨਲਟੀ ਕਾਰਨਰ ਹੈ ਜਿਹੜਾ ਉਹ 5 ਅਤੇ 10 ਮੀਟਰ 'ਤੇ ਇੱਧਰ ਲੱਗੇ ਹੁੰਦੇ ਨੇ। ਜਿਹੜੀ ਡੀ ਹੁੰਦੀ ਹੈ ਉਹ ਅਪਰੋਕਸੀਮੇਟਲੀ ਅਸੀਂ 23 ਮੀਟਰ ਲਿਖ ਦਿੰਦੇ ਹਾਂ, ਬਟ 22.90 'ਤੇ ਹੁੰਦੀ ਹੈ। ਬਰੋਕਨ ਲਾਈਨਸ 5 ਸੈਂਟੀਮੀਟਰ ਦੀਆਂ ਹੁੰਦੀਆਂ ਨੇ। ਜਿਹੜੀ ਥਿਕਨੈਸ ਆਫ ਦਾ ਲਾਈਨ ਹੁੰਦੀ ਹੈ ਉਹ 7.5 ਸੈਂਟੀਮੀਟਰ ਹੁੰਦੀ ਹੈ। ਪੋਸਟ ਨੇ ਜਿਹੜੇ ਜੀ ਉਹ 2.14 ਬਾਏ 3.66 ਮੀਟਰ ਦੇ ਹੁੰਦੇ ਨੇ। ਉਸ ਤੋਂ ਬਾਅਦ ਆ ਗਿਆ ਜੀ ਕਾਰਨਰ ਫਲੈਗ 1.20 ਮੀਟਰ ਤੋਂ 1.5 ਮੀਟਰ ਤੱਕ ਦੇ ਹੋ ਸਕਦੇ ਨੇ। ਤਾਂ ਹਾਕੀ ਹੈ ਜਿਹੜੀ, ਹਾਕੀ ਦੀ ਲੈਂਥ 105 ਸੈਂਟੀਮੀਟਰ ਹੁੰਦੀ ਹੈ ਜੀ ਅਤੇ weight ਹੈ ਜਿਹੜਾ ਉਹਦਾ 737 ਗ੍ਰਾਮ ਮੈਕਸੀਮਮ ਹੁੰਦਾ ਅਤੇ ਔਰ ਰਿੰਗ ਪਾਸ ਸਟਿਕ ਡਾਇਮੀਟਰ ਜਿਹੜਾ 51 mm ਦਾ ਹੁੰਦਾ। ਬਾਲ ਦਾ weight 156 ਗ੍ਰਾਮ ਅਤੇ 163 ਗ੍ਰਾਮ ਸੇਮ ਕ੍ਰਿਕਟ ਦੀ ਬਾਲ ਦਾ ਹੁੰਦਾ ਜੀ, 156 ਗ੍ਰਾਮ ਅਤੇ 163 ਗ੍ਰਾਮ। ਸਰਕਮਫਰੰਸ ਹੁੰਦਾ 224 mm ਤੋਂ 235 mm। ਟੋਟਲ ਟੀਮ ਹੈ ਜਿਹੜੀ 16 ਜਣਿਆਂ ਦੀ ਹੁੰਦੀ ਹੈ। 11 ਨੇ ਜਿਹੜੇ ਖੇਡਦੇ ਨੇ ਜੀ। ਵਿੱਚ ਸਬਸਟੀਟਿਊਸ਼ਨ ਹੈ ਜਿਹੜੀ ਰੋਲਿੰਗ ਸਬਸਟੀਟਿਊਸ਼ਨ 5 ਦੀ ਹੁੰਦੀ ਹੈ। ਜਿੰਨੇ ਮਰਜ਼ੀ ਸਬਸਟੀਟਿਊਸ਼ਨ ਹੈ ਜਿਹੜੇ ਅਸੀਂ ਉਹ ਕਰ ਸਕਦੇ ਹਾਂ। ਤਾਂ ਅੱਜ ਕੱਲ੍ਹ ਇਹ ਟੋਟਲ 60 ਮਿੰਟ ਦੀ ਗੇਮ ਰਹੇਗੀ। 4 ਕੁਆਟਰ ਹੈ ਜਿਹੜੇ ਖੇਡੇ ਜਾਂਦੇ ਨੇ ਜੀ 15-15 ਮਿੰਟ ਦੇ। ਕਬੱਡੀ ਨੂੰ ਦੇਖ ਲਈਏ ਜੀ। ਕਬੱਡੀ 13x10 ਮੀਟਰ ਦਾ ਜਿਹੜਾ ਗਰਾਊਂਡ ਹੈ ਮੁੰਡਿਆਂ ਦੇ ਲਈ ਹੁੰਦਾ। 13 ਮੀਟਰ ਲੈਂਥ ਹੁੰਦੀ ਹੈ, 10 ਮੀਟਰ ਵਿਡਥ ਹੁੰਦੀ ਹੈ। ਸੈਂਟਰ ਲਾਈਨ 6.50 'ਤੇ ਹੁੰਦੀ ਹੈ ਜੀ। ਲੌਬੀ 1 ਮੀਟਰ ਦੀ ਹੁੰਦੀ ਹੈ। ਬੈਕ ਲਾਈਨ ਹੈ ਜਿਹੜੀ 3.75 'ਤੇ ਹੁੰਦੀ ਹੈ, ਜਿਹਨੂੰ ਬੱਕ ਲਾਈਨ ਕਹਿੰਦੇ ਅਸੀਂ। ਬਾਊਂਸ ਹੈ ਜਿਹੜੀ ਉਹ 1 ਮੀਟਰ 'ਤੇ ਹੁੰਦੀ ਹੈ ਅਤੇ ਐਂਡ ਲਾਈਨ ਤੋਂ ਹੁੰਦੀ 1.75 ਮੀਟਰ। ਲਾਸਟ ਲਾਈਨ ਤੋਂ ਦੇਖੀਏ ਜੇ ਤਾਂ ਬਾਊਂਸ ਲਾਈਨ ਅਤੇ ਜਿਹੜੀ ਬੱਕ ਲਾਈਨ ਦੇ ਵਿਚਕਾਰਲਾ ਏਰੀਆ ਹੈਗਾ ਉਹ 1 ਮੀਟਰ ਦਾ ਹੁੰਦਾ। ਕੁੜੀਆਂ ਦੇ ਲਈ ਗਰਾਊਂਡ ਹੈ ਜਿਹੜਾ ਉਹ 12x8 ਦਾ ਹੁੰਦਾ ਜੀ। 6 ਸੈਂਟਰ ਹੋ ਜਾਂਦਾ, 1 ਦੀ ਲੌਬੀ ਹੋ ਜਾਂਦੀ ਹੈ ਅਤੇ ਇਹਨਾਂ ਦੀ ਬਾਊਂਸ ਹੈ ਜਿਹੜੀ ਉਹ 2 ਮੀਟਰ 'ਤੇ ਹੁੰਦੀ ਹੈ। ਟੋਟਲ ਪਲੇਅਰ 12 ਹੁੰਦੇ ਨੇ ਜੀ, ਖੇਡਦੇ 5 ਨੇ। ਤਾਂ ਗੇਮ ਹੈ ਜਿਹੜੀ ਉਹ 20-5-20 ਮੁੰਡਿਆਂ ਲਈ ਹੁੰਦੀ ਹੈ, ਕੁੜੀਆਂ ਦੇ ਲਈ 15-5-15 ਦੀ ਹੁੰਦੀ ਹੈ। ਟਾਈਮ ਆਊਟ ਹਰੇਕ ਹਾਫ ਦੇ ਵਿੱਚ 2 ਲੈ ਸਕਦੇ ਜੀ। ਟਾਈਮ ਡਿਊਰੇਸ਼ਨ ਜਿਹੜਾ ਹੁੰਦਾ ਉਹ 30 ਸੈਕਿੰਡ ਦਾ ਹੁੰਦਾ। ਲੋਨਾ ਜਿਹੜਾ ਇਹਦੇ ਵਿੱਚ ਲੋਨਾ ਵਰਡ ਯੂਜ਼ ਕੀਤਾ ਜਾਂਦਾ ਜਿਹੜਾ ਐਤਕੀ ਪੇਪਰ 'ਚ ਆਇਆ ਸੀਗਾ। ਤਾਂ ਇਸ ਤੋਂ ਬਿਨਾਂ ਦੇ ਵਿੱਚ ਅਸੀਂ ਚਾਂਟ ਯੂਜ਼ ਕਰਦੇ ਹਾਂ ਜਿਹੜਾ ਕਿ 30 ਸੈਕਿੰਡ ਲਗਾਤਾਰ ਰੇਡਰ ਨੇ ਬੋਲਣਾ, ਉਹ ਵਰਡ ਯੂਜ਼ ਕਰ ਲੈਂਦੇ ਹਾਂ। ਲੋਨਾ ਯੂਜ਼ ਕਰਦੇ ਹਾਂ, ਬੋਨਸ ਯੂਜ਼ ਕਰਦੇ ਹਾਂ, ਬੱਕ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਜਿਹੜੇ ਪ੍ਰੋ ਕਬੱਡੀ ਵਾਲੇ ਲੀਗ ਵਾਲੇ ਰੂਲ ਨੇ, ਸੁਪਰ ਰੇਡ, ਸੁਪਰ ਟੈਕਲ, ਉਹ ਵੀ ਅੱਜ ਕੱਲ੍ਹ ਇਹਦੇ ਵਿੱਚ ਜਿਹੜੇ ਹੈਗੇ ਨੇ ਐਡ ਹੋ ਗਏ ਨੇ। ਤਾਂ ਆਫੀਸ਼ੀਅਲ ਜੀ 1 ਰੈਫਰੀ, 2 ਅੰਪਾਇਰ, 1 ਸਕੋਰਰ, 2 ਅਸਿਸਟੈਂਟ ਸਕੋਰਰ ਅਤੇ 2 ਲਾਈਨਮੈਨ ਹੁੰਦੇ ਨੇ। ਅੱਗੇ ਖੋ ਖੋ ਨੂੰ ਦੇਖ ਲਈਏ ਜੀ। ਖੋ ਖੋ ਦਾ ਜਿਹੜਾ ਮੁੰਡਿਆਂ ਦੇ ਲਈ ਲੈਂਥ ਹੈਗੀ ਹੈ ਅਤੇ ਕੁੜੀਆਂ ਦੇ ਲਈ ਸੀਨੀਅਰ ਦੇ ਲਈ ਹੈ ਨਾ ਜਿਹੜੇ ਸਟੈਂਡਰਡਾਈਜ਼ ਟੂਰਨਾਮੈਂਟ ਨੇ ਤਾਂ 27x16 ਦਾ ਗਰਾਊਂਡ ਹੁੰਦਾ ਜੀ। 27 ਮੀਟਰ ਲੰਬਾਈ, 16 ਮੀਟਰ ਚੌੜਾਈ। ਪੋਲ ਟੂ ਪੋਲ ਜਿਹੜੀ ਹੁੰਦੀ ਹੈ 24 ਮੀਟਰ ਹੁੰਦੀ ਹੈ। ਪੋਲ ਤੋਂ ਪਹਿਲਾ ਸਕੇਅਰ ਹੈ ਜਿਹੜਾ 2.55 ਮੀਟਰ ਦਾ ਹੁੰਦਾ। ਵਿਚਕਾਰ ਸਾਰੇ 2.30 ਮੀਟਰ ਦੇ ਹੁੰਦੇ ਨੇ। ਜਿਹੜਾ ਇਹ ਪਹਿਲਾ ਹੋਏਗਾ ਜੀ, ਸਭ ਤੋਂ ਪਹਿਲਾਂ ਇਹ 2.55 ਦਾ, ਜਿੰਨੇ ਵਿਚਕਾਰ ਹੋਣਗੇ ਸਾਰੇ ਇਹ 2.30 ਦੇ ਹੋਣਗੇ।
ਤੇ ਉਸ ਤੋਂ ਬਾਅਦ ਜਿਹੜਾ ਫ੍ਰੀ ਜ਼ੋਨ ਏਰੀਆ ਜੀ ਉਹ 1.5 ਮੀਟਰ ਦਾ ਹੁੰਦਾ ਤੇ ਸਿਟਿੰਗ ਸਕੁਅਰ ਹੈ ਜਿਹੜਾ ਉਹ 35 ਗੁਣਾ 30 ਸੈਂਟੀਮੀਟਰ ਦਾ ਹੋ ਗਿਆ। ਸਬ ਜੂਨੀਅਰ ਗਰੁੱਪ ਦਾ ਗਰਾਊਂਡ 23/14 ਦਾ ਹੁੰਦਾ ਜੀ। ਇਹਨਾਂ ਦਾ ਪੋਲ ਟੂ ਪੋਲ ਡਿਸਟੈਂਸ 20 ਮੀਟਰ ਹੁੰਦਾ। ਬਾਕੀ ਜਿਹੜਾ ਇਹਨਾਂ ਦਾ ਪਹਿਲਾ ਹੁੰਦਾ ਉਹ 2.15 ਤੇ ਹੁੰਦਾ ਤੇ ਵਿਚਕਾਰ ਵਾਲੇ ਜਿਹੜੇ ਬਾਕਸਾਂ ਦੇ ਵਿਚਕਾਰ ਦਾ ਏਰੀਆ ਹੁੰਦਾ ਉਹ 1.90 ਮੀਟਰ ਦਾ ਹੁੰਦਾ ਜੀ। ਫ੍ਰੀ ਜ਼ੋਨ ਇਹਨਾਂ ਦਾ 1.5 ਮੀਟਰ ਦਾ ਹੀ ਰਹਿੰਦਾ ਤੇ ਪਰ ਜਿਹੜਾ ਸਿਟਿੰਗ ਬੈਠਣ ਵਾਲਾ ਇਹਨਾਂ ਦਾ ਸਕੁਅਰ ਹੈ ਉਹ 30/30 ਸੈਂਟੀਮੀਟਰ ਦਾ ਰਹਿ ਜਾਂਦਾ। ਪੋਲ ਦੀ ਹਾਈਟ 1.20 ਤੋਂ 1.25 ਤੱਕ ਹੁੰਦੀ ਹੈ ਜੀ। ਡਾਇਆਮੀਟਰ 9 ਤੋਂ 10 ਸੈਂਟੀਮੀਟਰ ਤੱਕ ਹੁੰਦਾ। ਸਰਕਮਫਰੰਸ ਹੈ ਜਿਹੜਾ ਉਹ 28.25 ਸੈਂਟੀਮੀਟਰ ਤੋਂ 31.4 ਸੈਂਟੀਮੀਟਰ ਹੁੰਦਾ। ਟੋਟਲ 12 ਪਲੇਅਰ ਹੁੰਦੇ ਨੇ, 9 ਖੇਡਦੇ ਨੇ, 3 ਸਬਸਟੀਟਿਊਟਸ ਹੁੰਦੇ ਨੇ ਜੀ। 4 ਟਰਨਾਂ ਹੁੰਦੀਆਂ ਨੇ, ਹਰੇਕ ਟੀਮ ਨੂੰ 2 ਇਨਿੰਗਸ ਨੇ ਜਿਹੜੀਆਂ ਮਿਲਦੀਆਂ ਨੇ। ਟਾਈਮ 9-3-9 ਫਿਰ 6 ਮਿੰਟ ਦੀ ਰੈਸਟ 9-3-9 ਟੋਟਲ ਟਾਈਮ ਹੁੰਦਾ ਜੀ 48 ਮਿੰਟ। ਅਤੇ ਇਸੇ ਤਰ੍ਹਾਂ ਜੂਨੀਅਰ ਨੇ ਜਿਹੜੇ ਉਹਨਾਂ ਦਾ 7-3-7 5-7-3-7 39 ਮਿੰਟ ਟੋਟਲ ਹੁੰਦਾ। ਆਫੀਸ਼ੀਅਲ ਇਹਦੇ ਵਿੱਚ ਇੱਕ ਰੈਫਰੀ, 2 ਅੰਪਾਇਰ, ਇੱਕ ਸਕੋਰਰ, ਇੱਕ ਅਸਿਸਟੈਂਟ ਸਕੋਰਰ ਅਤੇ ਇੱਕ ਟਾਈਮ ਕੀਪਰ ਹੁੰਦਾ ਜੀ। ਵਾਲੀਬਾਲ ਦੇਖ ਲਈਏ, ਵਾਲੀਬਾਲ ਦਾ ਜਿਹੜਾ ਗਰਾਊਂਡ ਹੈਗਾ 18/9 ਮੀਟਰ ਦਾ ਹੁੰਦਾ ਜੀ। ਅਟੈਕ ਲਾਈਨ ਆ ਜਿਹੜੀ 3 ਮੀਟਰ ਦੇ ਉੱਪਰ ਹੁੰਦੀ ਹੈ। ਲਾਈਨਾਂ 5 ਸੈਂਟੀਮੀਟਰ ਦੀਆਂ ਹੁੰਦੀਆਂ ਨੇ। ਫ੍ਰੀ ਜ਼ੋਨ ਹੈ ਜਿਹੜਾ ਉਹ 3 ਮੀਟਰ ਦਾ ਹੁੰਦਾ ਜੀ। ਅਟੈਕਿੰਗ ਲਾਈਨ ਐਕਸਟੈਂਡ ਕੀਤੀ ਹੁੰਦੀ ਹੈ 1.75 ਮੀਟਰ 'ਤੇ ਡਾਟਡ ਲੱਗੀ ਹੁੰਦੀ ਹੈ ਜੀ। ਇਹ ਜਿਹੜੇ ਗੋਲ ਪੋਸਟ ਨੇ 2.55 ਮੀਟਰ ਮੁੰਡਿਆਂ ਦੇ ਲਈ ਹੁੰਦੇ ਨੇ, ਕੁੜੀਆਂ ਦੇ ਲਈ 2.24 ਮੀਟਰ ਹੁੰਦੇ ਨੇ ਜੀ। ਡਿਸਟੈਂਸ ਬਿਟਵੀਨ ਸਾਈਡ ਲਾਈਨ ਟੂ ਪੋਲ ਲਾਈਨ 0.5 ਮੀਟਰ ਟੂ 1 ਮੀਟਰ ਹੁੰਦਾ। ਡਿਸਟੈਂਸ ਪੋਲ ਟੂ ਪੋਲ 10 ਮੀਟਰ ਟੂ 11 ਮੀਟਰ ਹੁੰਦਾ ਜੀ। ਨੈੱਟ ਹੈ ਜਿਹੜਾ 9.50 ਤੋਂ ਲੈ ਕੇ 10 ਮੀਟਰ ਤੱਕ ਦਾ ਹੋ ਸਕਦਾ। ਵਿਡਥ ਨੈੱਟ ਦੀ 1 ਮੀਟਰ ਤੱਕ ਹੁੰਦੀ ਹੈ। ਹਾਈਟ ਜਿਹੜੇ ਪੋਲ ਨੇ, ਦੇਖੋ ਪੋਲ ਦੀ ਹਾਈਟ ਹੈਗੀ 200.55 ਪਰ ਨੈੱਟ ਹੈ ਜਿਹੜਾ ਨੈੱਟ 2.43 ਮੁੰਡਿਆਂ ਦੇ ਲਈ ਹੈ ਅਤੇ 2.24 ਕੁੜੀਆਂ ਦੇ ਲਈ ਹੈ। ਜਿਹੜੇ ਖਾਨੇ ਬਣੇ ਹੁੰਦੇ ਨੇ ਜੀ ਉਹ 10 ਸੈਂਟੀਮੀਟਰ ਬਾਏ 10 ਸੈਂਟੀਮੀਟਰ ਦੇ ਹੁੰਦੇ ਨੇ। ਜਿਹੜੀ ਉੱਪਰਲੀ ਪੱਟੀ ਹੁੰਦੀ ਹੈ ਉਹ 7 ਸੈਂਟੀਮੀਟਰ ਦੀ ਹੁੰਦੀ ਹੈ ਅਤੇ ਹੇਠਾਂ ਵਾਲੀ 5 ਸੈਂਟੀਮੀਟਰ ਦੀ ਹੁੰਦੀ ਹੈ। ਐਂਟੀਨਾ ਲੱਗਿਆ ਹੁੰਦਾ ਜਿਹੜੀ ਉਹਦੀ ਹਾਈਟ ਜੀ 1.80 ਹੁੰਦੀ ਹੈ ਅਤੇ 1 ਮੀਟਰ ਨੈੱਟ ਉਹਨੂੰ ਕਵਰ ਕਰ ਲੈਂਦਾ। ਨੈੱਟ ਤੋਂ ਉੱਪਰ ਜਾਣੀ ਕਿ ਉਹ 80 ਸੈਂਟੀਮੀਟਰ ਹੁੰਦਾ। ਤਾਂ ਬੋਲ ਹੈ ਜਿਹੜੀ, ਬੋਲ ਦਾ ਵੇਟ 260 ਗ੍ਰਾਮ ਤੋਂ 280 ਗ੍ਰਾਮ ਹੁੰਦਾ ਜੀ। ਏਅਰ ਪ੍ਰੈਸ਼ਰ ਹੈ ਜਿਹੜਾ ਉਹਦੇ 0.30 ਤੋਂ ਲੈ ਕੇ 0.325 ਕਿਲੋਗ੍ਰਾਮ ਤੱਕ ਹੋ ਸਕਦਾ ਪਰ ਸੈਂਟੀਮੀਟਰ ਸਕੁਅਰ। ਸਰਕਮਫਰੰਸ 65 ਤੋਂ 67 ਸੈਂਟੀਮੀਟਰ ਹੁੰਦਾ। ਟੋਟਲ 12 ਪਲੇਅਰ ਹੁੰਦੇ ਨੇ, 6 ਜਾਣੇ ਵਿੱਚ ਖੇਡਦੇ ਨੇ, 6 ਸਬਸਟੀਟਿਊਸ਼ਨ ਹੁੰਦੇ ਨੇ, ਰੋਲਿੰਗ ਸਬਸਟੀਟਿਊਸ਼ਨ ਹੁੰਦੀ ਹੈ। 5 ਗੇਮਾਂ ਦਾ ਸੈੱਟ ਲੱਗਦਾ ਜੀ। 5 ਦੇ ਵਿੱਚ ਜਿਹੜਾ 3 ਜਿੱਤਦਾ ਉਹ ਜਿੱਤ ਜਾਂਦਾ ਹੈ। ਹਰੇਕ ਸੈੱਟ ਹੈ ਜਿਹੜਾ ਉਹ 25 ਪੁਆਇੰਟਾਂ ਦਾ ਹੁੰਦਾ। ਲਾਸਟ 15 ਪੁਆਇੰਟਸ ਦਾ ਹੁੰਦਾ ਹੈ। ਬੈਡਮਿੰਟਨ, ਇੱਕ ਵਾਰ ਆਪਾਂ ਬੈਡਮਿੰਟਨ ਦੀ ਗੱਲ ਕੀਤੀ ਸੀ, ਉਹ ਇੱਕ ਵਾਰ ਕਲੀਅਰ ਕਰ ਲਿਓ ਕਿ ਉਹਦਾ ਤੀਜਾ ਸੈੱਟ ਹੈ ਜਿਹੜਾ ਉਹ 15 ਦਾ, ਜਾਂ ਤਿੰਨੋਂ ਹੀ ਸੈੱਟ 21 ਦੇ ਨੇ ਹੈ ਨਾ। ਜਿਵੇਂ ਇੱਥੇ ਦਿੱਤਾ ਹੋਇਆ ਇਹਨਾਂ ਨੇ ਕਿ ਲਾਸਟ ਸੈੱਟ ਹੈ ਜਿਹੜਾ ਉਹ ਕਿੰਨੇ ਦਾ, 15 ਪੁਆਇੰਟਸ ਦਾ। ਟਾਈਮ ਆਊਟ ਟੋਟਲ 2 ਹੁੰਦੇ ਨੇ ਹਰੇਕ ਸੈੱਟ ਦੇ ਵਿੱਚ ਹੀ। ਰੈਸਟ 3 ਮਿੰਟ ਦੀ ਹੁੰਦੀ ਹੈ ਵਿਚਕਾਰ ਇਹਨਾਂ ਦੇ। ਆਫੀਸ਼ੀਅਲ ਇੱਕ ਰੈਫਰੀ, ਇੱਕ ਸੈਕਿੰਡ ਰੈਫਰੀ, ਇੱਕ ਸਕੋਰਰ, ਇੱਕ ਅਸਿਸਟੈਂਟ ਸਕੋਰਰ। ਲਾਈਨ ਜੱਜ 2 ਹੁੰਦੇ ਨੇ ਅਤੇ ਉਸ ਤੋਂ ਬਾਅਦ 4 ਤੱਕ ਚਾਰੇ ਵੀ ਅਸੀਂ ਲਾ ਸਕਦੇ ਹਾਂ। ਯੈਲੋ ਕਾਰਡ ਵਾਰਨਿੰਗ ਦੇ ਲਈ ਦਿੱਤਾ ਜਾਂਦਾ। ਰੈੱਡ ਜਿਹੜਾ ਹੈਗਾ 1 ਪੁਆਇੰਟ ਦਿੱਤਾ ਜਾਂਦਾ ਓਪੋਨੈਂਟ ਨੂੰ। ਯੈਲੋ ਅਤੇ ਰੈੱਡ ਜੁਆਇੰਟਲੀ ਦੇ ਤੇ ਤਾਂ ਅਸੀਂ ਉਹਨੂੰ ਬਾਹਰ ਕੱਢ ਸਕਦੇ ਹਾਂ ਅਤੇ ਸਬਸਟੀਟਿਊਸ਼ਨ ਅਲਾਉਡ ਹੁੰਦਾ ਜੀ। ਅਤੇ ਯੈਲੋ ਅਤੇ ਰੈੱਡ ਜੇ ਸੈਪਰੇਟਲੀ ਦੇ ਤੇ ਤਾਂ ਉਹਨੂੰ ਅਸੀਂ ਜਿਹੜਾ ਡਿਸਕੁਆਲੀਫਾਈ ਕਰ ਸਕਦੇ ਹਾਂ ਮੈਚ ਤੋਂ, ਪਰ ਸਬਸਟੀਟਿਊਸ਼ਨ ਹੈ ਜਿਹੜਾ ਉਹ ਅਲਾਉਡ ਹੁੰਦਾ। ਤਾਂ ਇੱਕ ਚੀਜ਼ ਜਿਹੜੀ ਇਸਨੇ ਯਾਦ ਰੱਖਣੀ ਉਹ ਹੈਗਾ ਜੀ ਮੇਜਰਮੈਂਟ ਆਫ ਕਨਵਰਜਨ। ਤਾਂ ਮੇਜਰਮੈਂਟਸ ਕਿਹੜੀਆਂ ਨੇ ਕਨਵਰਜਨ ਦੀਆਂ ਕਿ 1 ਸੈਂਟੀਮੀਟਰ ਦੇ ਵਿੱਚ ਜਿਵੇਂ 10 ਮਿਲੀਮੀਟਰ ਹੁੰਦੇ ਨੇ, 1 ਮੀਟਰ 100 ਸੈਂਟੀਮੀਟਰ, 1 ਕਿਲੋਮੀਟਰ 'ਚ 1000 ਮੀਟਰ ਹੁੰਦਾ ਜੀ। 1 ਗ੍ਰਾਮ 'ਚ 1000 ਮਿਲੀਗ੍ਰਾਮਸ ਹੁੰਦੇ ਨੇ, 1 ਕਿਲੋਗ੍ਰਾਮ 'ਚ 1000 ਗ੍ਰਾਮਸ ਹੁੰਦੇ ਨੇ, 1 ਟਨ ਦੇ ਵਿੱਚ 1000 ਕਿਲੋਗ੍ਰਾਮ ਹੁੰਦੇ ਨੇ। ਤਾਂ ਇਹ ਸਾਰੇ ਨੇ ਜਿਹੜੀ ਇਹ ਕਨਵਰਜ਼ਨ ਨੇ ਇਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਸਕਰੀਨਸ਼ਾਟ ਲੈ ਲਓ ਤਾਂ ਕਿ ਜੇਕਰ ਤੁਹਾਨੂੰ ਇੱਕ ਯੂਨਿਟ ਦੇ ਵਿੱਚ ਜ਼ਿਆਦਾ ਹੈ ਅਤੇ ਪੇਪਰ ਦੇ ਵਿੱਚ ਦੂਜੀ ਯੂਨਿਟ ਦੇ ਵਿੱਚ ਆ ਜਾਵੇ ਤਾਂ ਤੁਸੀਂ ਕਨਵਰਟ ਕਰਕੇ ਦੇਖ ਸਕੋ। ਤਾਂ ਕੁਛ ਇਹ ਨੇ 1 ਇੰਚ ਦੇ ਵਿੱਚ ਜਿਵੇਂ 2.54 ਸੈਂਟੀਮੀਟਰ ਹੁੰਦੇ ਨੇ, 1 ਔਂਸ ਦੇ ਵਿੱਚ 28.35 ਗ੍ਰਾਮਸ ਹੁੰਦੇ ਨੇ, 1 ਫੁੱਟ 'ਚ 30.48 ਸੈਂਟੀਮੀਟਰਸ ਹੁੰਦੇ ਨੇ, 1 ਪਾਊਂਡ ਦੇ ਵਿੱਚ ਇਹ 453.59 ਗ੍ਰਾਮ ਹੁੰਦੇ ਨੇ। ਤਾਂ ਇਹ ਸਾਰੇ ਜਿਹੜੀਆਂ ਕਨਵਰਜ਼ਨਸ ਨੇ ਇਹਨਾਂ ਨੂੰ ਜ਼ਰੂਰ ਯਾਦ ਰੱਖ ਲਿਓ ਜੀ। ਤਾਂ ਅੱਜ ਦੇ ਲਈ ਇਹ ਸੀਗਾ, ਮੋਟਾ ਕੀਤਾ ਆਪਾਂ ਨੇ ਜਿਹੜਾ ਥੋੜ੍ਹਾ ਬਹੁਤ ਆ ਸਕਦਾ। ਤਾਂ ਧੰਨਵਾਦ ਜੀ।